गुरु नानक पद पंकज बंदना पंकज बंदना सिमरो अंगद दुख निकंदना गुरु अमरदास हृदय नित त्याऊं हृदय नित त्याऊं श्री गुरु रामदास गुण गाऊं गुरु अर्जन विघ्नन के नाशक विघ्नन के नाशक श्री हर गोविंद समत पर श्री हर राय नमो कर जोरी नमो कर जोरी श्री हर कृष्ण मनाऊं बहारी गुरु तेग बहादुर परम कृपाला परम कृपाला श्री गुरु गोविंद सिंह साला करो तरा पर पुन पुन सीसा पुन पुन सीसा बंदो बार बार जगदीसा एक ओंकार सतगुरु वह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा सहज वेग ते सब सुनियो गिरह सवर्ण बिरतांता सैन गुरु पर दरब दे ले आए लरण पर्याता वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो, रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पिछले दिनी आपां कथा सरवण कर रहे सी जदों पहाड़ियां ने अचानचक सैदा बेग ते अल्फ खान की फौज समेत उन्हां नूं आउंदे देखिया तां पहाड़ियां ने लालच दे करके इन्हां दोनों जरनैलां नूं ਇਹ ਸੋਧ ਦਿੱਤੀ ਕਿ ਗੁਰੂ ਸਾਹਿਬ ਜੰਗਲ ਦੇ ਵਿੱਚ ਚਮਕੌਰ ਸਾਹਿਬ ਦੇ ਇਲਾਕੇ ਬੈਠੇ ਹਨ, ਤੁਸੀਂ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਫੜ ਲਓ ਜਾਂ ਮਾਰ ਦਿਓ, ਅਸੀਂ ਵੀ ਇਨਾਮ ਦੇਵਾਂਗੇ ਤੇ ਔਰੰਗਜ਼ੇਬ ਵੀ ਇਨਾਮ ਦੇਵੇਗਾ। ਚਲੋ ਉਹਨਾਂ ਦੇ ਪ੍ਰੇਰੇ ਹੋਏ ਲਾਲਚ ਕਰਕੇ ਗੁਰੂ ਸਾਹਿਬ ਦੇ ਵੱਲ ਆ ਤਾਂ ਗਏ, ਪਰ ਅੱਗੇ ਨਰ ਚਾਹਤ ਕਾ ਛਿਓਰ ਔਰੇ ਕੀ ਔਰੇ ਭਈ ਵਾਲੀ ਗੱਲ ਹੋਈ। ਜਦੋਂ ਸੈਦ ਵੇਗ ਦੇ ਨੇਤਰ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲੇ ਤਾਂ ਉਹਦਾ ਮਨ ਬਦਲ ਦਿੱਤਾ ਸਤਿਗੁਰਾਂ ਨੇ, ਤੇ ਸੈਦ ਵੇਗ ਆਪਣੀ ਫੌਜ ਸਮੇਤ ਗੁਰੂ ਸਾਹਿਬ ਵਾਲੇ ਪਾਸਿਓਂ ਲੜਨ ਲੱਗਿਆ ਤੇ ਅਲਫ ਖਾਂ ਦੀ ਤੁਰਕਾਂ ਦੀ ਕਾਫੀ ਫੌਜ ਇਸ ਨੇ ਮਾਰ ਦਿੱਤੀ। ਅਖੀਰ ਅਲਫ ਖਾਂ ਨੇ ਦੇਖਿਆ ਕਿ ਮੇਰਾ ਤਾਂ ਸਾਥੀ ਮੇਰੇ ਨਾਲੋਂ ਪਾਟ ਗਿਆ, ਹੁਣ ਮੈਂ ਜਿੱਤ ਨਹੀਂ ਸਕਦਾ, ਤਾਂ ਉਹ ਭੱਜ ਗਿਆ ਹੈ। फिर सैद बेग सतगुरां दे चरनी पैंदा, सतगुरु इस ते बख्शा करदे ने। अगे एक साखी चलदी है एक ब्राह्मण दी, जिन्हां दी इस्त्री नूं कुछ पठान कुछ लटेरे खो के लै जांदे ने, ते सतगुरु उन्हां नूं किवें वापस दवाउंदे है ये आरंभ करके सरवण करदे हैं। उस तो पहला अपणियां ते दासां दीयां गुरु चरनां विच लवाओ हाजरियां। गुरु का बख्शिया फतेह का नारा करो बुलंद गज के आखो जी वाहिगुरु जी का खालसा वाहिगुरु जी की फतेह। दोहरा सैद वेग ते सब सुनियो गिरह सवर्ण बिरतांता। ਤਾਂ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਪੜਾਅ ਕੀਤਾ, ਜੰਗ ਖਤਮ ਹੋ ਗਿਆ ਤੇ ਸੈਦ ਖਾਨ ਨਾਲ ਗੱਲ ਚੱਲੀ ਵੀ ਇਹ ਕੀ ਗੱਲ ਬਣੀ, ਤੁਸੀਂ ਕਿਵੇਂ ਸਾਡੇ ਤੇ ਹਮਲਾ ਕਰਤਾ।
ਤਾਂ ਸੈਦ ਖਾਨ ਕਹਿਣ ਲੱਗਿਆ ਜੀ ਸਾਨੂੰ ਪਹਾੜੀ ਰਾਜੇ ਭੀਮ ਚੰਦ ਵਰਗਿਆਂ ਨੇ ਪ੍ਰੇਰ ਕੇ ਕੁਝ ਮਾਇਆ ਦਾ ਲਾਲਚ ਦੇ ਕੇ ਤੁਹਾਡਿਓ ਗ੍ਰਿਫਤਾਰ ਕਰਨ ਲਈ ਪ੍ਰੇਰਨਾ ਦਿੱਤੀ, ਪਰ ਤੁਸੀਂ ਕਿਰਪਾ ਕਰਕੇ ਸਾਨੂੰ ਇਹ ਪਾਪ ਕਰਮ ਕਰਨ ਤੋਂ ਬਚਾ ਲਿਆ ਜੀ। ਸੈਨ ਗੁਰੂ ਪਰ ਦਰਬ ਦੇ ਲਿਆਏ ਲਰਨ ਪਰਿਆਤਾ। ਇਹ ਤਾਂ ਪਹਾੜੀਆਂ ਨੇ ਸਾਡੀ ਸੈਨਾ ਨੂੰ ਤੇ ਸਾਡੇ ਦੂਸਰੇ ਜਰਨੈਲ ਅਲਪ ਖਾਨ ਨੂੰ ਲਾਲਚ ਦੇ ਦਿੱਤਾ ਹੈ ਕਿ ਗੁਰੂ ਸਾਹਿਬ ਅੱਜ ਕਿਲਿਆਂ ਤੋਂ ਬਾਹਰ ਹਨ, ਜੰਗਲ ਵਿੱਚ ਬਹਿਣ ਹਨ, ਔਰ ਫੌਜ ਵੀ ਉਹਨਾਂ ਕੋਲ ਥੋੜੀ ਹੈ ਤੇ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ, ਇਸ ਕਰਕੇ ਅਸੀਂ ਆ ਗਏ ਜੀ। ਉਦੈ ਸਿੰਘ ਆਲਮ ਸਿੰਘ ਆਦਾ ਸਭ ਸੁਣ ਕਰ ਹੋਏ ਬਿਸਮਾਦਾ। ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਆਦਿ ਇਹ ਸੁਣ ਕਰਕੇ ਸਾਰੇ ਹੀ ਬੜੇ ਹੈਰਾਨ ਹੋਏ ਹਨ। ਮੰਦਮਤੀ ਸਭ ਦੁਸ਼ਟ ਪਹਾਰੀ ਰਚਿਓ ਕਪਟ ਆਨਿਓ ਦਲ ਭਾਰੀ। ਔਰ ਨਾਲੇ ਇੱਕ ਦੂਜੇ ਨੂੰ ਕਹਿੰਦੀ ਹੈ ਯਾਰ ਕਿੰਨੀ ਮਾੜੀ ਮੱਤ ਵਾਲੇ ਆ, ਮਾੜੀ ਸੋਚ ਵਾਲੇ ਆ, ਪਖੰਡੀ ਪਹਾੜੀਏ। ਤਾਈਓ ਗੁਰੂ ਸਾਹਿਬ ਕਹਿੰਦੇ ਇਹਨਾਂ ਪਰਬਤੀਆਂ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਸਾਨੂੰ। ਕਿੰਨੀ ਮਾੜੀ ਗੱਲ ਕੀਤੀ ਹੈ ਇਹਨਾਂ ਨੇ, ਛਲ ਫਰੇਬ ਰਚ ਕੇ ਗੁਰੂ ਸਾਹਿਬ ਤੇ ਹਮਲਾ ਕਰਵਾਇਆ ਜੀ। ਇੱਕ ਦਿਨ ਸਤਿਗੁਰ ਸਭਾ ਮਝਾਰਾ ਤੇਰੇ ਖਾਲਸਾ ਆਇਆ ਸਾਰਾ। ਖੈਰ ਇਹ ਗੱਲ ਸਮਾਪਤ ਹੋਈ। ਫਿਰ ਅੱਗੇ ਇੱਕ ਦਿਨ ਦੀ ਸਾਖੀ ਚੱਲਦੀ ਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਭਾ ਲਾਈ ਹੋਈ ਆ ਤੇ ਖਾਲਸਾ ਪੰਥ ਇਕੱਠਾ ਹੋਇਆ ਜੀ। ਦਇਆ ਸਿੰਘ ਮੋਹਕਮ ਸਿੰਘ ਧੀਰਾ ਧਰਮ ਸਿੰਘ ਹਿੰਮਤ ਸਿੰਘ ਵੀਰਾ। ਦਇਆ ਸਿੰਘ, ਮੋਹਕਮ ਸਿੰਘ, ਧਰਮ ਸਿੰਘ, ਹਿੰਮਤ ਸਿੰਘ ਆਦਿ ਇਹ ਸਿੰਘ ਸਤਿਗੁਰਾਂ ਦੇ ਹਜ਼ੂਰੀ ਬੈਠੇ ਹਨ। ਈਸਰ ਸਿੰਘ ਟੇਕ ਸਿੰਘ ਆਏ ਇਤ ਆਦਿਕ ਗੁਰ ਕੋ ਦਰਸਾਏ। ਈਸ਼ਰ ਸਿੰਘ, ਟੇਕ ਸਿੰਘ ਇਹਨਾਂ ਨੇ ਵੀ ਆ ਗੁਰੂ ਦੇ ਦਰਸ਼ਨ ਕੀਤੇ। ਆਲਮ ਸਿੰਘ ਕਹੀ ਤਬ ਬਾਤਾ ਪ੍ਰਭ ਜੀ ਗਿਰਪਤ ਗਤ ਵਿਖਿਆਤ। ਇਹ ਸਿੰਘ ਨਾਲ ਨਹੀਂ ਸਨ, ਜਿਹੜੇ ਇਹ ਸਿੰਘ ਬਾਹਰ ਚ ਆਏ ਇਹ ਨਾਲ ਨਹੀਂ ਸਨ। ਇਹ ਕਹਿੰਦੇ ਮਹਾਰਾਜ ਜੀ ਪਹਾੜੀਆਂ ਦੀ ਕੀ ਗੱਲ ਹੋਈ, ਕਿਵੇਂ ਪਹਾੜੀਆਂ ਨੇ ਚਾਨਚੱਕ ਸਾਡੇ ਤੇ ਹਮਲਾ ਕਰਵਾ ਦਿੱਤਾ ਆਪ ਜੀ ਤੇ। ਉੱਪਰ ਤੇ ਮਿਲਕੀਨ ਸਮੇਲਾ ਰਾਖੋ ਅੰਤਰ ਕਪਟ ਦਹਿਲਾ। ਮਹਾਰਾਜ ਕਦੇ ਕਦੇ ਤਾਂ ਤੁਹਾਡੇ ਕੋਲ ਆ ਕੇ ਕਹਿੰਦੇ ਆ ਜੀ ਅਸੀਂ ਸੰਧੀ ਕਰਦੇ ਆ, ਤੁਹਾਨੂੰ ਕੁਝ ਨਹੀਂ ਕਹਿੰਦੇਗੇ, ਜਿੱਥੇ ਮਰਜੀ ਵਿਚਰੋ। ਬਾਹਰੋਂ ਤਾਂ ਮੇਲ ਮਿਲਾਪ ਕਰਨ ਨੂੰ ਫਿਰਦੇ ਆ, ਅੰਦਰ ਛਲ ਰੱਖਦੇ ਹਨ। ਸੈਨ ਅਚਾਨਕ ਤਰਕਨ ਕੇਰੀ ਲਰਬੇ ਹੇਤ ਆਨ ਕਰ ਗੇਰੀ। ਔਰ ਚਾਨਚੱਕ ਇਹਨਾਂ ਦੁਸ਼ਟਾਂ ਨੇ, ਪਖੰਡੀਆਂ ਨੇ, ਕਪਟੀਆਂ ਨੇ, ਫਰੇਬੀਆਂ ਨੇ, ਇਹਨਾਂ ਹਿੰਦੂ ਪਹਾੜੀ ਰਾਜਿਆਂ ਨੇ ਚਾਨਚੱਕ ਤੁਰਕਾਂ ਦੀ ਫੌਜ ਇਕੱਠੀ ਕਰਕੇ ਤੁਹਾਡੇ ਤੇ ਚੜਾ ਦਿੱਤੇ। ਸੈਦਾ ਬੇਗਮ ਦਾਵਤ ਸਾਰਾ ਗਹਿਬੇ ਹਿਤ ਹੋ ਤੁਮ ਕਾ ਸ਼ਲਤਾਰ। ਤੇ ਸੈਦਾ ਵੇਗ ਜਿਸ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਕਿ ਤੂੰ ਪਹਿਲੇ ਜਾਮੇ ਵੇਲੇ ਬਲੀ ਕੰਧਾਰੀ ਸੀਗਾ, ਉਦੋਂ ਵੀ ਤੂੰ ਸਾਡੇ ਤੇ ਹਮਲਾ ਕੀਤਾ ਸੀਗਾ ਤੇ ਹੁਣ ਵੀ ਤੂੰ ਹਮਲਾ ਕਰਨ ਵਾਸਤੇ ਰਹਿੰਦਾ, ਜਿਹੜਾ ਤੇਰਾ ਕੰਮ ਸੀ ਉਹ ਪੂਰਾ ਹੋਇਆ ਤੇ ਹੁਣ ਤੂੰ ਬਖਸ਼ਿਆ ਗਿਆ। ਫਿਰ ਸੈਦਾ ਵੇਗ ਦੱਸਦਾ ਮਹਾਰਾਜ ਉਹਨਾਂ ਨੇ ਤਾਂ ਤੁਹਾਨੂੰ ਫੜਨ ਵਾਸਤੇ ਸਾਨੂੰ ਭੇਜਿਆ ਸੀ। ਰਾਵਰ ਕੋ ਪ੍ਰਤਾਪ ਹੈ ਭਾਰਾ ਛੋਏ ਨਾ ਭਾਵ ਕੀ ਸਕੈ ਗਵਾਰਾ। ਪਰ ਤੁਹਾਡਾ ਪ੍ਰਤਾਪ, ਤੁਹਾਡੀ ਮਹਿਮਾ, ਤੁਹਾਡੀ ਪਾਵਰ ਸ਼ਕਤੀ ਇਤਨੀ ਹੈ ਕਿ ਕੋਈ ਤੁਹਾਡੇ ਮੂਰਖ ਨੇੜੇ ਵੀ ਨਹੀਂ ਆ ਸਕਦਾ। ਦੇ ਕਰ ਦਰਬ ਤਰਕ ਗਣਿਆਨੇ ਇਸੇ ਜਤਨ ਮਹਿ ਲਗੇ ਮਹਾਨੇ। ਇਹ ਪਹਾੜੀਏ ਤੁਰਕਾਂ ਦੀ ਫੌਜ ਨੂੰ ਇਕੱਤਰ ਕਰਕੇ ਤੁਹਾਡੇ ਉੱਪਰ ਚੜਾ ਕੇ ਲੈ ਆਏ ਤੇ ਮਹਾਰਾਜ ਇਹਨਾਂ ਤੋਂ ਬਚ ਕੇ ਰਹੋ। ਇਹ ਗਾਹਾਂ ਨੂੰ ਵੀ ਇਸੇ ਯਤਨ 'ਚ ਲੱਗੇ ਹੋਏ ਨੇ। ਸਦਕਾਰ ਉਦੈ ਸਿੰਘ ਭੀ ਕਹਿਆ ਸਿਰ ਲਗ ਬੈਰ ਇਨਹਾਂ ਕਾ ਲਹਿਆ। ਤਾਂ ਭਾਈ ਸਾਹਿਬ ਭਾਈ ਉਦੈ ਸਿੰਘ ਜੀ ਕਹਿਣ ਲੱਗੇ ਹਾਂ ਭਾਈ ਸਿੱਖੋ, ਇਹ ਸਿਰ ਲਗ ਬੈਰ, ਸਿਰ ਤੋਂ ਪੈਰਾਂ ਤੱਕ ਇਹ ਛਲ ਫਰੇਬ ਦੇ ਹੀ ਭਰੇ ਹੋਏ ਹਨ। ਇਹਨਾਂ ਨੇ ਆਪਣਾ ਵੈਰ ਲੈਣਾ ਹੈ। ਸਤਿਗੁਰ ਛਿਮਾ ਧਰਤ ਹੈ ਜਿਉਂ ਜਿਉਂ ਮੂਰਖ ਕਪਟ ਰਚਤ ਹੈ ਤਿਉਂ ਤਿਉਂ। ਜਿਵੇਂ ਜਿਵੇਂ ਇਹ ਮੂਰਖ ਕਪਟ ਛਲ ਫਰੇਬ ਕਰਦੇ ਆ ਤੇ ਗੁਰੂ ਇਹਨਾਂ ਦਿਆਲੂ ਹੈ, ਇਹਨਾਂ ਨੂੰ ਮਾਫ ਕਰੀ ਜਾਂਦਾ। ਗੁਰੂ ਇਹਨਾਂ ਨੂੰ ਮਾਫ ਕਰੀ ਜਾਂਦਾ ਹੈ ਤੇ ਇਹ ਜਿਹੜੇ ਹਨ ਛਲ ਫਰੇਬ ਕਰੀ ਜਾਂਦੇ ਆ। ਜਿਵੇਂ ਕ੍ਰਿਸ਼ਨ ਜੀ
ਗੁਰੂ ਪਿਆਰਿਓ, ਇੱਕ ਹੋਰ ਮਨੁੱਖ ਸੀਗਾ ਉਸ ਸਮੇਂ ਜਿਹੜਾ ਆਪਣੇ ਆਪ ਨੂੰ ਕ੍ਰਿਸ਼ਨ ਸਮਝਦਾ ਸੀਗਾ, ਔਰ ਉਹ ਕ੍ਰਿਸ਼ਨ ਜੀ ਦੇ ਬੜਾ ਐਂਟੀ ਚੱਲਦਾ ਸੀਗਾ, ਤੇ ਸੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਹੀ। ਤੇ ਕਹਿੰਦੀ ਉਸ ਦੀ ਮਾਂ ਨੇ ਆ ਕੇ ਕ੍ਰਿਸ਼ਨ ਜੀ ਨੂੰ ਕਿਹਾ ਕਿ ਮਹਾਰਾਜ, ਮੇਰਾ ਪੁੱਤ ਹੈ ਮੂਰਖ, ਤੁਹਾਡੀ ਬਰਾਬਰੀ ਕਰਦਾ, ਕਿਰਪਾ ਕਰਕੇ ਤੁਸੀਂ ਉਹਨੂੰ ਕੁਛ ਨਾ ਕਹਿਓ, ਉਹ ਤੁਹਾਨੂੰ ਪੁੱਠਾ ਸਿੱਧਾ ਬੋਲੂਗਾ, ਸ਼ਾਇਦ ਤੁਹਾਡੇ ਕਦੇ ਸਾਹਮਣੇ ਵੀ ਆ ਸਕਦਾ ਹੈ, ਪਰ ਤੁਸੀਂ ਮਾਫ ਕਰ ਦਿਓ। ਤੇ ਕ੍ਰਿਸ਼ਨ ਜੀ ਕਹਿਣ ਲੱਗੇ, ਕੋਈ ਗੱਲ ਨਹੀਂ ਮਾਤਾ, ਮੈਂ ਉਸ ਨੂੰ 100 ਗੁਨਾਹਾਂ ਤੱਕ ਕੁਛ ਨਹੀਂ ਕਹਿੰਦਾ, ਪਰ 100 ਗੁਨਾਹਾਂ ਤੋਂ ਇੱਕ ਵੀ ਟੱਪ ਗਿਆ ਤੇ ਫਿਰ ਮੈਂ ਛੱਡਣਾ ਨਹੀਂ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੀ 100 ਤਾਂ ਚਲੋ ਖੈਰ ਨਹੀਂ ਕਰਨੇ, ਕਹਿੰਦੇ ਮੈਂ ਬਸ ਤੈਨੂੰ ਦੱਸਦੀ ਵੀ 100 ਗੁਨਾਹਾਂ ਤੱਕ ਮਾਫ ਉਸ ਨੂੰ। ਇੱਕ ਦਿਨ ਕੁਦਰਤੀ ਜੰਗ ਦੇ ਮੈਦਾਨ 'ਚ, ਕੁਰਸ਼ੇਤਰ ਦਾ ਜੰਗ ਹਜੇ ਹੋਣਾ ਸੀ, ਸਾਹਮਣੇ ਆ ਗਿਆ, ਪਹਿਲਾਂ ਹੀ ਲੱਗ ਪਏ ਗਾਲਾਂ ਦੇਣ। ਕ੍ਰਿਸ਼ਨ ਜੀ ਨੇ ਗਿਣਤੀ ਸ਼ੁਰੂ ਕਰਤੀ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿਣ ਰੁਕ ਜਾ ਜਾਨ ਬਚਾ ਲੈ ਆਪਣੀ। ਕਹਿ ਤੂੰ ਕਰ ਕੀ ਲਏਗਾ ਮੇਰਾ ਯਾਰ, ਤੂੰ ਉੱਥੋਂ ਫਲਾਣੇ ਥਾਂ ਜੰਗ ਦੇ ਮੈਦਾਨ 'ਚੋਂ ਭੱਜਿਆ। ਇਸੇ ਕਰਕੇ ਇਹਨਾਂ ਨੂੰ ਜਿਹੜਾ ਹੈ ਜੰਗ ਦੇ ਮੈਦਾਨ 'ਚੋਂ ਭੱਜਣ ਵਾਲਾ ਨਾਮ ਵੀ ਰੱਖਿਆ ਕ੍ਰਿਸ਼ਨ ਜੀ ਦਾ। ਖੈਰ ਉਹ ਕਿਸੇ ਉਹਨਾਂ ਦਾ ਕੌਤਕ ਸੀ, ਉਸ ਢੰਗ ਦੇ ਨਾਲ ਆਏ। ਰਣ ਛੋੜ ਇਹਨਾਂ ਦਾ ਨਾਮ ਰੱਖਿਆ ਕ੍ਰਿਸ਼ਨ ਜੀ ਦਾ। ਇੱਕ ਜੰਗ ਦੇ ਮੈਦਾਨ 'ਚੋਂ ਆਏ ਸੀ, ਤੇ ਇਹ ਉਹਨਾਂ ਨੂੰ ਮਾਫ ਕਰੀ ਜਾਣ, ਤੇ ਉਹ ਅੱਗੋਂ ਹੋਰ ਨਵੀਂ ਗਾਲ ਕੱਢੇ, ਹੋਰ ਨਵਾਂ ਗੁਨਾਹ ਕਰੇ, ਹੋਰ ਨਵੀਂ ਗਾਲ ਕੱਢੇ, ਤੇ ਗਿਣਦੇ ਕਹਿੰਦੇ 99 ਤੇ ਪਹੁੰਚ ਗਏ। ਕਹਿੰਦੇ ਹੁਣ ਤਾਂ ਹਟ ਜਾ, ਕਹਿੰਦਾ ਹੁਣ ਤਾਂ ਹੀ ਕੀ ਕਰ ਲਿਆ, ਜਿਹੜਾ ਹੁਣ ਮੇਰਾ ਸਿਰ ਵੱਢ ਦੇਗਾ। ਜੋ 100ਵੀਂ ਗਾਲ ਕੱਢੀ ਤੇ ਚੱਕਰ ਛੱਡਿਆ ਤੇ ਸਿਰ ਵੱਢਿਆ ਗਿਆ। ਕੋਈ ਸਤਿਨਾਮ ਸ੍ਰੀ ਵਾਹਿਗੁਰੂ। ਜਦ ਸਿਰ ਵੱਢਿਆ ਗਿਆ ਤੇ ਫਿਰ ਕਹਿੰਦਾ ਮੈਂ ਤਾਂ ਜੰਗ ਦਾ ਹਾਲ ਦੇਖਣਾ ਸੀਗਾ। ਕ੍ਰਿਸ਼ਨ ਜੀ ਕਹਿੰਦੇ ਹੁਣ ਉੱਥੇ ਬਹਿ ਜਾ ਦਰਖਤ ਤੇ, ਮੂੰਹ ਜਾ ਲੈ ਕੇ ਤੇ ਬੈਠਾ ਦੇਖੀ ਜਾਈ, ਜਿੰਨਾ ਚਿਰ ਜੰਗ ਚੱਲੂਗਾ ਤੇਰੇ ਸਵਾਸ ਉੱਥੇ ਖੜੇ ਰਹਿਣਗੇ, ਦੇਖਦਾ ਰਹੀਂ। ਕੋ ਸਤਿਨਾਮ ਸ੍ਰੀ ਵਾਹਿਗੁਰੂ। ਤੋ ਕਹਿੰਦੇ ਕੁਰਸ਼ੇਤਰ ਦਾ ਜੰਗ ਅਖੀਰ ਤੱਕ ਉਹ ਸਿਰ ਨੇ ਇਕੱਲੇ ਨੇ ਦਰਖਤ ਤੇ ਖੜ ਕੇ ਦੇਖਿਆ ਬੈਠ ਕੇ। ਇਸ ਕਰਕੇ ਗੁਰੂ ਸਾਹਿਬ ਮਾਫ ਕਰੀ ਜਾਂਦੇ ਆ। ਉਹੀ ਹਾਲ ਇਹਨਾਂ ਪਹਾੜੀ ਰਾਜਿਆਂ ਦਾ ਹੈ। ਪਹਾੜੀ ਰਾਜੇ ਬਾਹਰੋਂ ਮਿਲਾਪ ਕਰ ਲੈਂਦੇ ਐ, ਅੰਦਰੋਂ ਛਲ ਕਪਟ ਰੱਖਦੇ ਐ। ਕੁਦਰਤੀ ਇਹਨਾਂ ਨੂੰ ਸੈਦਾ ਬੇਗ ਤੇ ਅਲਫ ਖਾਂ ਵਰਗੇ ਫੌਜ ਲੈ ਕੇ ਮਿਲ ਗਏ, ਲਾਹੌਰੋਂ ਦਿੱਲੀ ਜਾ ਰਹੇ ਸੀਗੇ, ਤੇ ਦੇ ਕੇ ਰਿਸ਼ਵਤ ਉਹਨਾਂ ਨੂੰ ਕਹਤਾ ਗੁਰੂ ਸਾਹਿਬ ਨੂੰ ਫੜ ਲਓ। ਭਾਈ ਉਦੈ ਸਿੰਘ ਹੋਰੀ ਗੱਲਾਂ ਕਰਦੇ ਹਨ, ਲੈਣ ਦੇਣ ਇਨਕੋ ਨਹਿ ਕੋਈ, ਤੋ ਮੂਡ ਛਲ ਠਾਨਹਿ ਸੋਈ। ਆਲਮ ਸਿਆ ਯਾਰ, ਆਪਣਾ ਕੋਈ ਲੈਣਾ ਨਹੀਂ ਦੇਣਾ ਨਹੀਂ, ਕੋਈ ਇਹਨਾਂ ਦੀ ਜ਼ਮੀਨ ਨਹੀਂ ਖੋਹਦੇ, ਕੋਈ ਇਹਨਾਂ ਦਾ ਰਾਜ ਨਹੀਂ ਖੋਹਦੇ। ਇਹ ਪਤਾ ਨਹੀਂ ਕਿਉਂ ਬਾਰ-ਬਾਰ ਐਸੇ ਪੁੱਠੇ ਕੰਮ ਕਰਦੇ ਹਨ। ਕਲਗੀ ਤਰ ਬਾਕ ਅਲਾਏ, ਇਹ ਪਲਟੋ ਸਭ ਲੇਹ ਬਣਾਏ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਾਈ ਇਹਨਾਂ ਦਾ ਸਾਰਾ ਬਦਲਾ ਆਪਾਂ ਲੈ ਲਵਾਂਗੇ, ਫਿਕਰ ਨਾ ਕਰੋ, ਇਹਨਾਂ ਨੂੰ ਜੋ ਕਰਨਾ ਕਰਕੇ ਦੇਖ ਲੈਣ ਦਿਓ। ਕਰੈ ਖਾਲਸਾ ਮਹਿਦ ਬਖੇਰਾ, ਦੋਨਨ ਬਿਕੈ ਪਾਹੇ ਹੈ ਫੇਰਾ। ਕੋਈ ਨਹੀਂ, ਜਦੋਂ ਖਾਲਸੇ ਫੌਜ ਦੀਆਂ ਦੂਣ ਦੇ ਇਲਾਕੇ 'ਚ, ਪਹਾੜ ਦੇ ਇਲਾਕੇ ਨੂੰ ਦੂਣ ਦਾ ਇਲਾਕਾ ਕਹਿੰਦੇ ਆ, ਜਦੋਂ ਦੂਣ ਦੇ ਵਿੱਚ ਮੇਰਾ ਖਾਲਸਾ ਚੱਕਰ ਮਾਰੂਗਾ ਨਾ, ਸਾਰੇ ਹਿਸਾਬ ਕਿਤਾਬ ਬਰਾਬਰ ਕਰ ਲੂਗਾ। ਸਮਾਂ ਪਾਏ ਇਨਕੀ ਜਰ ਜਾਏ, ਰਾਜ ਖਾਲਸਾ ਕਰੈ ਬਣਾਏ। ਸਮਾਂ ਆਉਣ ਤੇ ਇਹਨਾਂ ਦੇ ਰਾਜ ਭਾਗ ਜੜਾਂ ਖਤਮ ਹੋ ਜਾਣਗੀਆਂ ਤੇ ਖਾਲਸੇ ਦਾ ਰਾਜ ਹੋ ਜਾਣਾ ਜੀ। ਅਬ ਭੀ ਸੁਖ ਸੋ ਸਪਤ ਨਾ ਦੀਜੈ, ਕਹੀਂ ਗ੍ਰਾਮ ਕ੍ਰਿਖੇ ਕਰ ਲੀਜੈ। ਤੇ ਜੇ ਇਦਾਂ ਹੀ ਕਰਨਗੇ, ਸਾਡੇ ਨਾਲ ਛਲ ਫਰੇਬ ਨਾਲ ਵਰਤਾਂਗੇ, ਤੇ ਸੁਖੀ ਇਹਨਾਂ ਨੂੰ ਹੁਣ ਵੀ ਨਹੀਂ ਸੌਣ ਦਿੰਦੇ ਅਸੀਂ। ਤੇ ਅਖੀਰ ਜਦੋਂ ਇਹ ਗੁਰੂ ਦਾ ਬੁਰਾ ਸੋਚਦੇ ਆ, ਗੁਰੂ ਸਾਹਿਬ ਤਾਂ ਕਹਿੰਦੇ ਕਿਸੇ ਮਨੁੱਖ ਦਾ ਵੀ ਬੁਰਾ ਨਾ ਸੋਚੋ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈਮੀ। ਇਹ ਗੁਰੂ ਦਾ ਉਲਟਾ ਪੁਰਾ ਸੋਚਦੇ ਐ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਤੁਰਕਾਂ ਦੇ ਨਾਲ ਦੋਸਤੀ ਹੈ, ਤੇ ਗੁਰੂ ਸਾਹਿਬ ਨਾਲ ਇਹਨਾਂ ਦੀ ਈਰਖਾ ਹੈ। ਕਹਿੰਦੇ ਕੋਈ ਗੱਲ ਨਹੀਂ ਸਿੰਘੋ, ਘਬਰਾਓ ਨਾ, ਇਹ ਹਿਸਾਬ ਕਿਤਾਬ ਆਪਾਂ ਸਾਰਾ ਬਰਾਬਰ ਕਰਾਂਗੇ। ਖੜਗ ਕੇਤ ਨਿਤ ਹਮਹੁ ਸਹਾਇਕ, ਕੋ ਗਹਿ ਸਕੈ ਕੌਣ ਹੋਏ ਕਾਇਕ। ਖੜਗ ਕੇਤ ਜੰਗ ਦੇ ਮੈਦਾਨੇ ਵਿੱਚ, ਖੜਗ ਕੇਤ ਨਿਤ ਹਮੋ ਸਹਾਇਕ। ਇੱਥੇ ਖੜਗ ਕੇਤ ਪਰਮੇਸ਼ਰ ਦਾ ਨਾਮ ਵੀ ਹੈ। ਪਰਮੇਸ਼ਰ ਨੂੰ ਖੜਗ ਅਤੇ ਕੇਤ ਦਾ ਮਾਲਕ ਹੈ। ਕੇਤ ਹੁੰਦਾ ਝੰਡਾ ਨਿਸ਼ਾਨ ਸਾਹਿਬ, ਖੜਗ ਹੁੰਦੀ ਹੈ ਤਲਵਾਰ।
ਇਹ ਦੋ ਚੀਜ਼ਾਂ ਕਿਹਦੇ ਕੋਲ ਹੁੰਦੀਆਂ? ਜੋ ਰਾਜ ਕਰ ਰਿਹਾ। ਕੋਈ ਸਤਨਾਮ। ਸ੍ਰੀ ਵਾਹਿਗੁਰੂ। ਤਾਂ ਖੜਗ ਕੇਤ ਮੈਂ ਸ਼ਰਨ ਤਿਹਾਰੀ, 10ਵੇਂ ਪਾਤਸ਼ਾਹ ਇਹ ਵੀ ਅਕਾਲ ਪੁਰਖ ਕਹਿੰਦੇ ਆ ਕਿ ਮੈਨੂੰ ਤੇਰੀ ਸ਼ਰਨ ਹੈ, ਤੇਰੀ ਆਸਰਾ ਹੈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲਿਓ ਉਭਾਰੀ, ਸਰਬ ਠੌਰਵੋ ਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਸਿੱਖੋ ਘਬਰਾਓ ਨਾ, ਉਹ ਪਰਮੇਸ਼ਰ ਹਮੇਸ਼ਾ ਸਾਡਾ ਸਹਾਇਕ ਹੈ। ਸਾਨੂੰ ਕੌਣ ਫੜ ਸਕਦਾ ਹੈ? ਕਿਹੜਾ ਸਾਨੂੰ ਮਾਰ ਸਕਦਾ ਹੈ? ਪ੍ਰਥਮ ਮੇਲਾ ਪੀਨਹੁ ਕੀਨਾ, ਬਾਹਰ ਕਵਟ ਮੂਡਨ ਚਿਤ ਦੀਨੋ। ਪਹਿਲਾਂ ਵੀ ਇਹਨਾਂ ਨੇ ਇੱਕ ਵਾਰੀ ਸੰਧੀ ਕੀਤੀ ਸੀਗੀ, ਜਦੋਂ ਮੁੰਡਾ ਵਿਆਹੁਣ ਗਿਆ ਸੀਗਾ ਪੌਂਟਾ ਸਾਹਿਬ ਦੇ ਕੋਲ ਦੀ, ਪਾਤਸ਼ਾਹ ਜੀ ਨੇ ਇਹਨਾਂ ਨੂੰ ਲੰਘਣ ਨਹੀਂ ਸੀ ਦਿੱਤਾ। ਤੇ ਉਸ ਵੇਲੇ ਵੀ ਇਹਨਾਂ ਨੇ ਸੰਧੀ ਕੀਤੀ ਸੀ, ਲੜਾਈ ਕਰਨ ਤੋਂ ਬਾਅਦ ਜਦ ਹਾਰ ਗਏ ਸੀ। ਤੇ ਹੁਣ ਫਿਰ ਇਹਨਾਂ ਨੇ ਸੰਧੀ ਕਰਕੇ ਅੱਜ ਦੁਬਾਰੇ ਸਾਡੇ ਤੇ ਫੌਜ ਚੜਾਈ ਹੈ। ਪਲਟਾ ਲਹਿ ਖਾਲਸਾ ਇਨ ਤੇ, ਰਾਜ ਤੇਜ ਬੰਸ ਹੈ ਨਿਤ ਹਣ ਤੇ। ਖਾਲਸਾ ਇਹਦਾ ਸਾਰਾ ਹਿਸਾਬ ਕਿਤਾਬ ਕਰ ਲਵੇਗਾ। ਪਲਟਾ ਹੁੰਦਾ ਬਦਲਾ ਲੈਣਾ, ਬਦਲਾ ਲੈ ਲਵੇਗਾ, ਔਰ ਇਹਨਾਂ ਦਾ ਰਾਜ ਤੇਜ ਪ੍ਰਤਾਪ ਸਭ ਖਤਮ ਹੋ ਜਾਵੇਗਾ। ਛੇ ਮੁਖ ਤੇ ਇਮ ਹੁਕਮ ਬਖਾਨਾ, ਸੁਨ ਹਰ ਕਿਉ ਸਭ ਪੰਥ ਮਹਾਨਾ। ਤੇ ਹੁਣ ਗੁਰੂ ਦੇ ਮੁਖ ਚੋਂ ਨਿਕਲੇ ਬਚਨ ਹਮੇਸ਼ਾ ਸੱਚ ਹੁੰਦੇ ਐ। ਇਸ ਕਰਕੇ ਗੁਰੂ ਕੀਆਂ ਫੌਜਾਂ ਬਹੁਤ ਖੁਸ਼ ਹੋਈਆਂ ਕਿ ਸਤਿਗੁਰ ਨੇ ਬਚਨ ਕਰ ਦਿੱਤੇ ਆ, ਹੁਣ ਇਹ ਆਲੇ ਨਹੀਂ ਜਾਣਗੇ। ਸਿੱਖਤਾ ਉਚਿਤ ਕਹਾ ਪਹਾਰੀ, ਸੁਧਰਹ ਮੋੜ ਪਰ ਜਬ ਮਾਰੇ। ਇਹ ਪਹਾੜੀਏ ਤਾਂ ਸਿੱਖਿਆ ਦੇਣ ਦੇ ਲਾਇਕ ਵੀ ਨਹੀਂ। ਭਾਵੇਂ ਜਿਵੇਂ ਆਮ ਕਹਾਵਤ ਹੈ ਵੀ ਮੱਝ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ। ਇਹਨਾਂ ਨੂੰ 10ਵੇਂ ਪਾਤਸ਼ਾਹ ਜੀ ਨੇ ਬੜਾ ਸਮਝਾਇਆ ਵੀ ਤੁਹਾਡੇ ਧੌਣ ਤੋਂ ਗੁਲਾਮੀ ਦਾ ਜੂਲਾ ਤੁਰਕਾ ਦਾ ਲਾ ਦੇਾਂਗੇ, ਤੁਸੀਂ ਸਾਡੇ ਨਾਲ ਰਲ ਜਾਓ, ਅੰਮ੍ਰਿਤ ਛਕ ਲਓ, ਸਿੰਘ ਸਜੋ। ਕਹਿੰਦੇ ਜੀ ਅੰਮ੍ਰਿਤ ਤਾਂ ਛਕਾ ਦਿਓ, ਸਾਨੂੰ ਕੱਲਿਆਂ ਨੂੰ ਛਕਾ ਦਿਓ, ਅਸੀਂ ਆਮ ਜਨਤਾ ਦੇ ਵਿੱਚ ਨਹੀਂ ਛਕਣਾ। ਤੇ ਬਾਕੀ ਦੂਸਰੀ ਗੱਲ, ਅਸੀਂ ਬੋਦੀ ਧੋਤੀ ਤੇ ਜਨੇਊ ਇਹ ਨਹੀਂ ਛੱਡਣਾ। ਪਾਤਸ਼ਾਹ ਕਹਿੰਦੇ ਫਿਰ ਅੰਮ੍ਰਿਤ ਵੀ ਨਹੀਂ ਮਿਲਦਾਗਾ, ਇੰਨਾ ਸਸਤਾ ਵੀ ਨਹੀਂ ਹੈਗਾ। ਮੈਂ ਤਾਂ ਸਾਰਿਆਂ ਨੂੰ ਇੱਕ ਕਰਨ ਨੂੰ ਫਿਰਦਾ, ਤੁਸੀਂ ਫਿਰ ਦਵੈਤ ਰੱਖਣ ਨੂੰ ਫਿਰਦੇ ਹੋ। ਸੋ ਬਾਸਰਨਤ ਜਗਤ ਬਤਾਇਓ, ਭੀ ਪੋਰਾ ਦੰਦੰਬਾ ਬਜਵਾਇਓ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿਣ ਲੱਗੇ ਇਹਨਾਂ ਨੂੰ ਸਿੱਖਿਆ ਦੇਣਾ ਵੀ ਚੰਗਾ ਨਹੀਂ ਹੈ। ਸੁਧਰਿਆ ਮੂੜ ਪਰੇ ਜਾ ਮਾਰੀ, ਮੂਰਖ ਗੰਢ ਪਵੈ ਮੋਹ ਮਾਰ। ਮੂਰਖ ਉਦੋਂ ਹੀ ਦੋਸਤੀ ਪਾਉਂਦਾ ਜਦੋਂ ਚਾਰ ਪੈਂਦੀਆਂ ਉਹਦੇ, ਨਹੀਂ ਤਾਂ ਐਵੇਂ ਮੂਰਖਤਾ ਕਰਦਾ ਰਹਿੰਦਾ। ਪਾਤਸ਼ਾਹ ਜੀ ਦੇ ਬਚਨ ਬਾਣੀ ਚਾਹੇ ਪੁੱਤੀ ਗੰਢ ਪਵੈ ਸੰਸਾਰ, ਜਦੋਂ ਘਰੇ ਧੀ ਪੁੱਤ ਪੈਦਾ ਹੋ ਜਾਂਦਾ ਤੇ ਸਾਡੀ ਲੜੀ ਸੰਸਾਰ ਨਾਲ ਅੱਗੇ ਜੁੜ ਜਾਂਦੀ ਆ। ਕੋਈ ਸਤਨਾਮ। ਰਾਜਾ ਗੰਢ ਪਵੈ, ਰਾਜੇ ਨਾਲ ਜਨਤਾ ਦੀ ਤਾਂ ਦੋਸਤੀ ਹੈ ਜੇ ਰਾਜਾ ਜਨਤਾ ਨੂੰ ਕੁਝ ਦਿੰਦਾ ਰਵੇ। ਕੋਈ ਸਤਨਾਮ। ਇਸੇ ਤਰ੍ਹਾਂ ਹੀ ਮੂਰਖ ਗੰਢ ਪਵੈ ਮੋਹ ਮਾਰ, ਤੇ ਮੂਰਖ ਉਦੋਂ ਸਹੀ ਹੁੰਦਾ ਜਦੋਂ ਦੇ ਚਾਰ ਪੈਂਦੀਆਂ। ਤੇ ਬਾਬਾ ਜੀ ਕਹਿੰਦੇ ਜਦੋਂ ਇਹਨਾਂ ਦੇ ਪੈਣਗੀਆਂ ਨਾ, ਇਹ ਉਦੋਂ ਹੀ ਸੁਧਰਨਗੇ। ਸਿੰਘਣਾ ਜੀਨ ਤਰੰਗਨ ਡਾਲੇ, ਕਸੀ ਕਮਰ ਗਣ ਤਪਕ ਉਠਾਲੇ। ਤੋ ਅੱਜ ਦਾ ਦਿਨ ਇਸ ਤਰ੍ਹਾਂ ਸਤਿਗੁਰਾਂ ਨੇ ਸਿੰਘਾਂ ਨੇ ਬਤੀਤ ਕੀਤਾ ਹੈ। ਤੇ ਦਿਨ ਚੜ੍ਹਿਆ ਦੂਸਰਾ, ਜਦੋਂ ਭੋਰ ਭਈ ਧੁੰਦ ਵਜਵਾਇਓ, ਨਗਾਰੇ ਤੇ ਚੋਟ ਮਾਰੀ ਆ। ਸਿੰਘਾਂ ਨੇ ਘੋੜਿਆਂ ਤੇ ਕਾਠੀਆਂ ਕਸੀਆਂ ਔਰ ਕਮਰ ਕਸੇ ਕੀਤੇ, ਬੰਦੂਖਾਂ ਮੋਢਿਆਂ ਤੇ ਪਾਈਆਂ ਜੀ। ਚੜਿਓ ਖਾਲਸਾ ਹੇਤ ਸ਼ਿਕਾਰਾ, ਗਏ ਦੌਰ ਲਗ ਦੂਨ ਮਜ਼ਾਰਾ। ਔਰ ਖਾਲਸਾ ਫੌਜਾਂ ਫਿਰ ਅੱਜ ਖਾਸ ਕਰਕੇ ਦੂਨ ਦੇ ਇਲਾਕੇ ਸ਼ਿਕਾਰ ਖੇਡਣ ਗਈਆਂ ਵੀ ਤੁਸੀਂ ਸਾਡੇ ਤੇ ਚੜਾਈ ਸੀ ਨਾ ਫੌਜ, ਆ ਜਾਓ ਹੁਣ ਅਸੀਂ ਸ਼ਿਕਾਰ ਖੇਡਣ ਆਉਣੇ ਆ। ਤੁਸੀਂ ਆਪ ਸਾਡੇ ਦੋ ਨਾਲ ਦੋ ਹੱਥ ਕਰੋ, ਤੁਸੀਂ ਦੂਜਿਆਂ ਦੇ ਮੋਢੇ ਤੇ ਰੱਖ ਕੇ ਚਲਾਉਣੇ ਹੋ। ਭੀਮ ਚੰਦ ਵਰਗੇ ਆਪ ਤਾਂ ਪਿੱਛੇ ਰਹੇ, ਔਰ ਸੈਦ ਬੇਗ ਤੇ ਅਲਪ ਖਾਂ ਨੂੰ 10,000 ਫੌਜ ਦੇ ਕੇ ਚਮਕੌਰ ਸਾਹਿਬ ਦੇ ਵੱਲ ਕਰ ਦਿੱਤਾ। ਕੋ ਸਤਰੰਗ ਕਹਿੰਦੇ ਗੁਰੂ ਸਾਹਿਬ ਕਿਲੇ ਤੋਂ ਬਾਹਰ ਬੈਠੀਏ, ਫੜ ਲਓ ਜਾ ਕੇ, ਅਸੀਂ ਵੀ ਇਨਾਮ ਦੇਵਾਂਗੇ ਤੇ ਔਰੰਗਜ਼ੇਬ ਵੀ ਇਨਾਮ ਦੇਵੇਗਾ। ਸੁਣ ਦੰਦਾਵਾ ਧਨ ਕਾ ਚਲਿਆ ਵੈ, ਅਰਪਹ ਭੇਟਣ ਬਿਨਾ ਅਲਾਵ ਹੈ। ਔਰ ਜਦੋਂ ਨਗਾਰੇ ਤੇ ਚੋਟ ਲਾ ਕੇ ਤੇ ਖਾਲਸਾ ਚੜ੍ਹਿਆ ਸ਼ਿਕਾਰ ਨੂੰ, ਤੇ ਫਿਰ ਪਹਾੜੀਏ ਥਰ ਥਰ ਕੰਬਦੇ ਆ ਜਦੋਂ ਨਗਾਰਾ ਵੱਜਦਾ, ਰਣਜੀਤ ਨਗਾਰਾ। ਤੇ ਜਿਹੜੇ ਡਰਦੇ ਆ ਨਾ ਵੀ ਕਿਤੇ ਸਾਡੇ ਤੇ ਗੁਰੂ ਸਾਹਿਬ ਜਾਂ ਖਾਲਸੇ ਹਮਲਾ ਨਾ ਕਰ ਦੇਣ, ਅੱਗੋਂ ਹੀ ਆ ਕੇ ਭੇਟਾਂ ਲੈ ਲੈ ਮਿਲਦੇ ਆ ਜੀ, ਨਮਸਕਾਰ ਜੀ, ਅਸੀਂ ਤਾਂ ਤੁਹਾਡੇ ਨਾਲ ਆ ਜੀ। ਐਂ ਜੇ ਕਰ ਕਰਕੇ ਨੀਵੀਆਂ ਪਾ ਕੇ ਬਚਦੇ ਹਨ। ਤਿਸ ਕੋ ਤਿਆਗ ਹੈ ਬਸਾ ਸੁਨ ਚੈਨਾ,
ਬਚੈ ਪਦਾਰਥ ਸਗਰੇ ਐ। ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਗੁਰੂ ਦਾ ਸੁਭਾਅ ਹੈ। ਤੇ ਜਿਹੜਾ ਆਕੜਖੋਰ ਹੈ ਉਹਦੀ ਫਿਰ ਗਿੱਚੀ ਨੀਵੀਂ ਵੀ ਕਰਨ ਜਾਣਦੀ ਆ ਸਤਿਗੁਰੂ। ਜੋ ਸ਼ਰਨ ਆਵੇ ਤਿਸ ਕੰਠ ਲਗਾਵੇ, ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਖਾਲਸਾ ਫਿਰ ਚੜ੍ਹਦਾ ਸ਼ਿਕਾਰ ਤੇ। ਜਿਹੜਾ ਪਿਆਰ ਨਾਲ ਮਿਲਦਾ ਉਹਨੂੰ ਪਿਆਰ ਦਿੰਦੇ ਆ, ਜਿਹੜਾ ਆਕੜ ਕੇ ਮਿਲਦਾ ਫਿਰ ਜਿਹੜਾ ਚੜ੍ਹ ਕੇ ਆਉਂਦਾ ਉਹਨੂੰ ਲਾਹ ਕੇ ਤੋੜਦੇ ਆ। ਆਗੇ ਆਏ ਮਿਲੈ ਨਹਿ ਜੋ, ਰਾਜਨ ਓਜ ਹੰਕਾਰ ਹੈ ਕੋ। ਤੇ ਜਿਹੜੇ ਰਾਜੇ ਭੀਮ ਚੰਦ ਵਰਗੇ ਆਪਣੇ ਆਪ ਨੂੰ ਵੱਡੇ ਸਮਝਦੇ ਹਨ, ਹੰਕਾਰੀ, ਉਹ ਅੱਗੋਂ ਆ ਕੇ ਨਹੀਂ ਮਿਲਦੇ ਜਦੋਂ। ਤਿਨ ਪਰ ਹੋਏ ਸਭ ਕੀ ਹੱਥ ਸ਼ੋਰਾ, ਕਹੀਂ ਕਰਹਿ ਦੇ ਸੰਕਟ ਘੋਰ। ਤੇ ਫਿਰ ਖਾਲਸਾ ਤੇ ਉਹਨਾਂ ਦੇ ਉੱਤੇ ਫਿਰ ਹਮਲਾ ਵੀ ਕਰ ਦਿੰਦਾ, ਕਿਉਂਕਿ ਇਹਨਾਂ ਨੇ ਪਹਿਲਾਂ ਹੀ ਸਤਿਗੁਰਾਂ ਤੇ ਕਈ ਵਾਰੀ ਆਪਣੀ ਮਰਜ਼ੀ ਨਾਲ ਹਮਲੇ ਕੀਤੇ ਨੇ। ਲੋਟ ਕੋਟ ਕਰ ਗ੍ਰਾਮ ਉਜਾਰਾ, ਸਾਬਿਤ ਕੋ ਹੰਕਾਰ ਨਿਵਾਰ। ਇਹੋ ਜਿਹੇ ਹੰਕਾਰੀਆਂ ਦਾ ਸਤਿਗੁਰੂ ਫਿਰ ਹੰਕਾਰ ਦੂਰ ਕਰਦੇ ਹਨ। ਰਾਏ ਪਕਾਰੋ ਰਾਜਨ ਪਾਸਾ, ਦੇਨ ਹੋਏ ਕਰਤੇ ਅਰਦਾਸਾ। ਤੇ ਫਿਰ ਜਾ ਕੇ ਉਹ ਰਾਜਿਆਂ ਦੇ ਕੋਲ ਬੇਨਤੀਆਂ ਕਰਦੇ ਆ ਕਿ ਸਾਨੂੰ ਬਚਾਓ, ਸਾਡੇ ਤੇ ਖਾਲਸਾ ਜਿਹੜਾ ਹੈ ਭਾਰੂ ਪੈਂਦਾ ਜਾਂਦਾ। ਸੋਨ ਗਰ ਪਤਾ ਔਰ ਕਪਹ ਕਲੇਰਾ, ਤਰਹ ਤਰਾਸ ਲਰ ਸਕਹਨ ਫੇਰਾ। ਹੁਣ ਭੀਮ ਚੰਦ ਵਰਗਿਆਂ ਨੂੰ, ਇਹਨਾਂ ਰਾਜਿਆਂ ਨੂੰ, ਪਹਾੜੀ ਰਾਜਿਆਂ ਨੂੰ ਗੁੱਸਾ ਤਾਂ ਬੜਾ ਆਉਂਦਾ ਹੈ ਜਦੋਂ ਜਨਤਾ ਜਾ ਕੇ ਰੋਂਦੀ ਹੈ ਇਹਨਾਂ ਕੋਲ। ਲੋਕ ਰੋਂਦੇ ਆ ਪਰ ਕਰ ਕੁਝ ਸਕਦੇ ਨਹੀਂ, ਕਿਉਂਕਿ 2-3 ਵਾਰੀ ਜੰਗਾਂ ਕਰਕੇ ਦੇਖ ਲਈਆਂ, ਸਤਿਗੁਰਾਂ ਨੂੰ ਜਿੱਤ ਆ ਸਕੇ ਨਹੀਂ। ਇਸ ਕਰਕੇ ਬਸ ਅੰਦਰੇ ਬੈਠੇ ਕੁੜੀ ਜਾਂਦੇ ਨੇ। ਭਲੇ ਸੋਰ ਨਰ ਪ੍ਰਥਮ ਸੰਘਾਰੇ, ਆਦ ਕੇਸਰੀ ਚੰਦ ਜੁਝਾਰੇ। ਔਰ ਇਸ ਤਰ੍ਹਾਂ ਭਲੇ ਸੂਰ ਨਰ ਪ੍ਰਥਮ ਸੰਘਾਰੇ, ਕੇਸਰੀ ਚੰਦ ਵਰਗੇ ਪਹਿਲਾਂ ਹੀ ਇਹਨਾਂ ਦੇ ਕਈ ਯੋਧੇ ਜੰਗਾਂ ਦੇ ਵਿੱਚ ਮਾਰੇ ਜਾ ਚੁੱਕੇ ਹਨ। ਤੋ ਨ ਸਤਿਗੁਰ ਲਾਰ ਤਿਰਪਤਾਏ, ਦਾਲਾ ਤਰਕਨ ਕੋ ਅਨਗਣ ਆਇਓ। ਪਰ ਫਿਰ ਵੀ ਇਹ ਮੂਰਖ ਪਹਾੜੀਏ ਜਿਹੜੇ ਹਨ ਚੁੱਪ ਨਹੀਂ ਕਰਕੇ ਨਹੀਂ ਟਿਕਦੇ, ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਯੁੱਧ ਕਰਕੇ ਰੱਜਦੇ ਨਹੀਂ। ਤੁਰਕਾਂ ਦਾ ਦਲ ਐਵੇਂ ਚੜਾ ਕੇ ਤੋੜ ਦਿੰਦੇ ਹਨ ਸਤਿਗੁਰਾਂ ਤੇ। ਮਾਰਨ ਮਰਨ ਹਜ਼ਾਰੋ ਕੇਰਾ, ਮਿਟਿਓ ਨਾ ਕੈਸੇ ਸਿੰਘਨ ਝੇਰਾ। ਇਹੋ ਪਹਾੜੀਆਂ ਤੇ ਸਿੱਖਾਂ ਦਾ ਜਿਹੜਾ ਹੈ ਜੰਗ ਲੜਾਈ ਇਹ ਮਿਟਦੀ ਨਹੀਂ। ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਜੰਗ ਹੋ ਜਾਂਦਾ ਹੈ ਤੇ ਕਈ ਮਾਰ ਜਾਂਦੇ ਹਨ। ਇੱਕ ਦੋਏ ਮਾਸ ਇਸੇ ਬਿਦ ਬੀਤੇ, ਚੜ ਅਖੇਰ ਖਾਲਸਾ ਨੀਤੇ। 1-2 ਮਹੀਨੇ ਇਸ ਤਰ੍ਹਾਂ ਬਤੀਤ ਹੋਏ। ਖਾਲਸਾ ਪੰਥ ਰੋਜ਼ ਹੀ ਸ਼ਿਕਾਰ ਖੇਡਣ ਲਈ ਜਾਂਦਾ ਹੈ। ਲੋਟ ਕੋਟ ਕਰ ਕਿਤਕ ਉਜਾਰੇ, ਕੇਤਕ ਆਪਣੇ ਘਰ ਪ੍ਰਤਪਾਰੇ। ਕਈ ਜਿਹੜੇ ਸ਼ਰਨ ਪੈ ਜਾਂਦੇ ਆ ਉਹਨਾਂ ਦੀ ਖਾਲਸਾ ਜਿਹੜਾ ਰਕਸ਼ਾ ਵੀ ਕਰਦਾ ਹੈ, ਤੇ ਜਿਹੜੇ ਅੱਗੋਂ ਅੜਦੇ ਆ ਉਹਨਾਂ ਨੂੰ ਝਾੜਦਾ ਵੀ ਹੈ। ਖੇਤੇ ਵੰਟਨ ਪਰ ਸਿੱਖ ਰਹੇ, ਢਿਗ ਢਿਗ ਗ੍ਰਾਮ ਜੇ ਗੁਰਪੁਰ ਆਹੇ। ਖੇਤੀ ਦੇ ਵੰਡਣ ਵਾਸਤੇ ਸਿੱਖ ਰਹਿੰਦੇ ਸਨ। ਨੇੜੇ ਪਿੰਡਾਂ ਦੇ ਲੋਕ ਜਿਹੜੇ ਪਹਾੜੀਏ ਬੀਜਦੇ ਸਨ। ਪਰਜਾ ਭਰਨ ਲੱਗੀ ਸਭ ਹਾਡਾ, ਖੁਸ਼ੀ ਬਸਨ ਲਾਗੇ ਤਿਸ ਕਾਲਾ। ਹੁਣ ਜਿਹੜੀ ਪਰਜਾ ਸੀ ਇਹ ਗੁਰੂ ਘਰ ਵੀ ਦਸਵਾਂ ਦਸੌਂਦ ਕੱਢ ਕੇ ਭੇਜਣ ਲੱਗੇ ਫਸਲ ਵਿੱਚੋਂ। ਜਿਵੇਂ ਆਪਾਂ ਵੀ ਹਾੜੀ ਸੋਹਣੀ ਫਸਲ ਗੁਰੂ ਘਰ ਦਾ ਹਿੱਸਾ ਕੱਢਦੇ ਆ ਨਾ, ਦਸੌਂਦ ਕੱਢਣਾ ਚਾਹੀਦਾ। ਹੁਣ ਇਹ ਪਹਾੜੀਏ ਜਿਹੜੇ ਸਨ ਆਪਣੇ ਹਿੱਸਾ ਕੱਢ ਕੇ ਗੁਰੂ ਘਰ ਭੇਜਣ ਲੱਗੇ। ਜਿਹੜੇ ਭੇਜਦੇ ਹਨ ਉਹਨਾਂ ਤੇ ਗੁਰੂ ਕੀ ਬੜੀ ਖੁਸ਼ੀ ਹੁੰਦੀ ਹੈ। ਦਿਨ ਬਰਤਾ ਬਦਤਾ ਪ੍ਰਤਾਪ ਉਚੇਰਾ, ਮਨ ਆਨ ਵਾਸ ਜਿਨ ਨੇਰਾ। ਇਸ ਤਰ੍ਹਾਂ ਦਿਨ ਪ੍ਰਤੀ ਫਿਰ ਸਤਿਗੁਰਾਂ ਦਾ ਪ੍ਰਤਾਪ ਵੱਧਦਾ ਜਾ ਰਿਹਾ ਹੈ। ਜਿਹੜੇ ਸਤਿਗੁਰਾਂ ਦੇ ਅਨੰਦਪੁਰ ਸਾਹਿਬ ਦੇ ਆਸੇ-ਪਾਸੇ ਨੇੜੇ ਵਸਦੇ ਹਨ ਉਹ ਇਸ ਗੱਲ ਨੂੰ ਸਮਝਦੇ ਹਨ। ਨਹੀਂ ਅਨੀਤ ਕਰਨ ਕੋ ਪਾਵੈ, ਚੋਰ ਜਾਰ ਪਕੜਿਓ ਦਰਤ ਜਾਵੈ। ਔਰ ਇਸ ਇਲਾਕਿਆਂ ਦੀ ਜਨਤਾ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਡਾਕੂ ਲੁਟੇਰੇ ਇਹਨਾਂ ਤੇ ਹਮਲਾ ਨਹੀਂ ਕਰਦੇ, ਕਿਉਂਕਿ ਗੁਰੂ ਕਾ ਖਾਲਸਾ ਜਿਹੜਾ ਹੈ ਜਨਤਾ ਨੂੰ ਡਾਕੂਆਂ ਲਟੇਰੀਆਂ ਚੋਰਾਂ ਤੋਂ ਵੀ ਬਚਾਉਂਦਾ ਹੈ। ਨਹਿ ਵਟਪਾਰਾ ਕਰਹਿ ਵਟਪਾਰੀ, ਕਰੈ ਸੋ ਪਕੜਿਓ ਜਾਏ ਦੁਖ ਖਾਰੀ। ਇੱਥੇ ਹੁਣ ਵੱਟ ਪਾਰ ਹੁੰਦੇ ਹਨ ਗੁਰੂ ਪਿਆਰੋ ਰਸਤੇ ਵਿੱਚ ਲੋਟਣ ਖੋਹਣ ਵਾਲੇ, ਕਿਉਂਕਿ ਲੁਟੇਰੇ ਜਿਹੜੇ ਹਨ ਡਾਕੂ ਚੋਰ ਹਨ ਉਹ ਗੁਰੂ ਸਾਹਿਬ ਤੋਂ ਡਰਦੇ ਹਨ ਵੀ ਕਿਤੇ ਜੇ ਸਾਨੂੰ ਪਤਾ ਲੱਗ ਗਿਆ
ਤੇ ਕਿਤੇ ਗੁਰੂ ਕਾ ਖਾਲਸਾ ਸਾਨੂੰ ਆ ਕੇ ਫੜ ਨਾ ਲਵੇ। ਇਹ ਖਾਲਸਾ ਹਰ ਥਾਂ ਤੇ ਕਿਉਂ ਅੜਦਾ ਹੈ? ਕਿਉਂਕਿ ਖਾਲਸਾ ਪਾਰ ਬ੍ਰਹਮ ਕੀ ਫੌਜ, ਸ੍ਰਿਸ਼ਟੀ ਪਰਮੇਸ਼ਰ ਦੀ ਹੈ, ਖਾਲਸਾ ਪਰਮੇਸ਼ਰ ਦੀ ਫੌਜ ਹੈ। ਤਾਂ ਤੇ ਜਿੱਥੇ ਵੀ ਧੱਕਾ ਹੁੰਦਾ ਹੈ ਉੱਥੇ ਜਾ ਕੇ ਖਾਲਸਾ ਅੜਦਾ ਤੇ ਖੜਦਾ ਹੈ, ਤੇ ਜਿਹਦਾ ਧੱਕਾ ਹੁੰਦਾ ਉਸ ਨੂੰ ਬਚਾਉਂਦਾ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਪਾਰ ਬ੍ਰਹਮ ਕੀ ਫੌਜ। ਤੇ ਸ੍ਰਿਸ਼ਟੀ ਕਿਹਦੀ ਹੈ? ਪਰਮੇਸ਼ਰ ਦੀ। ਪਰਮੇਸ਼ਰ ਰਾਜਾ ਹੈ, ਨਮੋ ਸ਼ਾਹ ਸ਼ਾਹੇ, ਨਮੋ ਰਾਜੇ ਰਾਜੇ। ਤੇ ਫੌਜ ਕਿਹਦੀ ਹੈ? ਪਰਮੇਸ਼ਰ ਦੀ ਬਣਾਈ ਹੋਈ ਹੈਗੀ, 10ਵੇਂ ਪਾਤਸ਼ਾਹ ਜੀ ਦੇ ਰਾਹੀਂ ਤਿਆਰ ਹੋਈ ਆ। ਇਸ ਕਰਕੇ ਖਾਲਸਾ ਫੌਜ ਸ੍ਰਿਸ਼ਟੀ ਦਾ ਭਲਾ ਚਾਹੁੰਦੀ ਹੈ। ਇਹ ਦੂਸਰੀ ਗੱਲ ਹੈ ਕਿ ਮੂਰਖ ਲੋਕ ਖਾਲਸੇ ਨੂੰ ਚੰਗਾ ਨਹੀਂ ਸਮਝਦੇ, ਪਰ ਖਾਲਸਾ ਪੰਥ ਆਪਣੇ ਕਾਰਜ ਕਰਦਾ ਰਹਿੰਦਾ। ਖਾਲਸਾ ਏਡ ਸੰਸਥਾ ਚੱਲੀ ਹੈ ਨਾ, ਕਿੱਥੇ ਕਿੱਥੇ ਜਾ ਕੇ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਇਹਨਾਂ ਨੇ ਜਾ ਕੇ ਮਦਦ ਕੀਤੀ ਆ। ਚਾਹੇ ਉਹ ਕੇਰਲਾ ਦੇ ਵਿੱਚ ਕੁਝ ਹੋਇਆ, ਚਾਹੇ ਦੂਸਰੇ ਸੂਬਿਆਂ 'ਚ ਹੋਇਆ, ਪਰ ਖਾਲਸਾ ਇਹ ਨਹੀਂ ਵੇਖਦਾ ਵੀ ਉੱਥੇ ਪੰਜਾਬੀ ਹੈ ਕਿ ਨਹੀਂ ਹੈ। ਕਹੋ ਸਤਿਨਾਮ। ਕਿਉਂਕਿ ਖਾਲਸਾ ਇਹ ਵੇਖਦਾ ਕਿ ਸ੍ਰਿਸ਼ਟੀ ਪਰਮੇਸ਼ਰ ਦੀ ਹੈ ਤੇ ਸਾਡੀ ਡਿਊਟੀ ਲਾਈ ਗਈ ਹੈ। ਅੱਜ ਵੀ ਕਰੋਨਾ ਦੇ ਸਮੇਂ ਵਿੱਚ ਗੁਰੂ ਘਰ ਵੱਲੋਂ ਆਕਸੀਜਨ ਦੇ ਵੀ ਲੰਗਰ ਲਾ ਦਿੱਤੇ ਗਏ ਹਨ। ਜਿਨ੍ਹਾਂ ਦਾ ਸਾਹ ਰੁਕਦਾ ਹੈ ਉਹਨਾਂ ਨੂੰ ਆਕਸੀਜਨ ਵੀ ਲਾਈ ਜਾ ਰਹੀ ਹੈ। ਕਈ ਗੁਰੂ ਘਰਾਂ ਵਿੱਚ ਜਿਵੇਂ ਆਲਮਗੀਰ ਹੋਇਆ, ਜਿਵੇਂ ਗੁਰਦੁਆਰਾ ਰਾਮਦਾਸ ਸਾਹਿਬ ਅੰਮ੍ਰਿਤਸਰ ਹੋਇਆ। ਇਸ ਕਰਕੇ ਕਿਉਂਕਿ ਸ੍ਰਿਸ਼ਟੀ ਪਰਮੇਸ਼ਰ ਦੀ ਹੈ, ਫੌਜ ਪਰਮੇਸ਼ਰ ਦੀ ਹੈ, ਤੇ ਫੌਜ ਨੇ ਪਰਮੇਸ਼ਰ ਦੀ ਨੇ ਸ੍ਰਿਸ਼ਟੀ ਨੂੰ ਸੰਭਾਲਣਾ। ਹਾਂ, ਜਿਹੜੇ ਦੁਖੀ ਹੁੰਦੇ ਨੇ ਉਹ ਆਪੇ ਹੀ ਦੁਖੀ ਹੁੰਦੇ ਰਹਿੰਦੇ ਨੇ। ਰਾਜੇ ਦੁਖ ਪਾਏ ਚਿੰਤਾ, ਗੁਰੂ ਖਾਲਸੇ ਤੇਜ ਬਦੰਤਾ। ਇਧਰ ਗੁਰੂ ਕੇ ਖਾਲਸੇ ਦਾ ਪ੍ਰਤਾਪ ਵੱਧਦਾ ਜਾ ਰਿਹਾ ਹੈ, ਤੇ ਭੀਮ ਚੰਦ ਵਰਗੇ ਜਿਹੜੇ ਹਨ ਉਹ ਐਵੇਂ ਹੀ ਚਿੰਤਾ ਦੇ ਵਿੱਚ ਸੜੀ ਜਾਂਦੇ ਐ। ਇੱਕ ਦਿਨ ਸ੍ਰੀ ਸਤਿਗੁਰ ਭਗਵਾਨ ਬੈਠੇ ਸਵਾ ਸਹਿਤ ਉਚ ਥਾਨ। ਇੱਕ ਦਿਨ ਦੀ ਗੱਲ ਹੈ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭਾ ਲਾ ਕੇ ਬੈਠੇ ਹਨ। ਚਾਮਰ ਚਾਰ ਚਲਾ ਚਲ ਫੇਰ, ਸਿੱਖ ਹਜ਼ਾਰਾਂ ਦਰਸ਼ਨ ਹੀਰੈ। ਔਰ ਹਜ਼ਾਰਾਂ ਦੀ ਗਿਣਤੀ ਵੀ ਸਿੱਖ ਸੰਗਤਾਂ ਬੈਠੀਆਂ ਹੈ। ਸੁੰਦਰ ਚੌੜ ਸਾਹਿਬ ਸਤਿਗੁਰਾਂ ਤੇ ਚੱਲ ਰਿਹਾ ਜੀ। ਇੱਕ ਦਰਜਾ ਦੀਨ ਦੁਖੀ ਚਲ ਆਇਆ, ਰੋਂਦਤ ਉੱਚੇ ਬਾਪ ਸੁਨਾਇਓ। ਔਰ ਅਚਾਨਕ ਇੱਕ ਭੱਜਿਆ ਰੋਂਦਾ ਹੋਇਆ ਇੱਕ ਪੰਡਤ ਆਇਆ, ਬਚਾ ਲੋ ਕਰਦਾ। ਹੇ ਪ੍ਰਭ ਹਿੰਦੂ ਧਰਮ ਕੀ ਤੁਜਾ, ਦੀਨ ਦਿਆਲ ਦੀਰਘ ਬਲ ਭੁਜਾ। ਗੁਰੂ ਸਾਹਿਬ ਕਿਸੇ ਹਿੰਦੂ ਵਾਸਤੇ ਨਹੀਂ ਆਏ, ਕਿਸੇ ਤੁਰਕ ਵਾਸਤੇ ਨਹੀਂ ਆਏ, ਗੁਰੂ ਸਾਹਿਬ ਸਾਰਿਆਂ ਵਾਸਤੇ ਹੈ। ਇਸ ਕਰਕੇ ਇੱਥੇ ਹਿੰਦੂ ਸ਼ਬਦ ਨਹੀਂ, ਹਿੰਦ ਹੈ। ਭਾਵ ਇਹ ਸ੍ਰਿਸ਼ਟੀ ਜਿਹੜੀ ਹੈ, ਸੰਸਾਰ, ਹਿੰਦ ਕਹਿਣਾ ਵੀ ਛੋਟਾ ਸ਼ਬਦ ਹੈ ਗੁਰੂ ਵਾਸਤੇ। ਕਹੋ ਸਤਿਨਾਮ। ਤੇਗ ਬਹਾਦਰ ਜੀ ਨੂੰ ਹਿੰਦੀ ਚਾਦਰ ਕਿਹਾ ਗਿਆ ਨਾ, ਉਸ ਵੇਲੇ ਹਿੰਦੁਸਤਾਨ ਦੇ ਉੱਤੇ ਹਮਲਾ ਹੋ ਰਿਹਾ ਸੀਗਾ, ਔਰ ਔਰੰਗਜ਼ੇਬ ਜਿਹੜੇ ਵਰਗ ਸਨ ਉਹ ਹਮਲੇ ਕਰ ਰਹੇ ਸਨ। ਇਹਨਾਂ ਕੋਲੇ ਕਸ਼ਮੀਰੀ ਆਏ ਤਾਂ ਉਹਨਾਂ ਦੀ ਬਾਹ ਫੜੀ, ਤੇ ਨਾਲ ਇਹ ਵੀ ਹੁਕਮ ਦਿੱਤਾ, ਗੁਰੂ ਘਰ ਦਾ ਇਹ ਸੁਭਾਅ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹੇ ਨਾ ਛੋੜੀ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ। ਮਨ ਲੋਚੇ ਬੁਰਾਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹੇ ਨਾ ਛੋੜੀ ਹੈ। ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋੜੀ ਹੈ। ਆਪਣਾ ਧਰਮ ਨਿਭਾਉਣਾ ਚਾਹੀਦਾ। ਛਤਰੀ ਦਾ ਆਪ ਦਾ ਧਰਮ ਹੈ, ਵੈਸ਼ ਦਾ ਵਪਾਰ ਕਰਨਾ ਧਰਮ ਹੈ, ਔਰ ਗੁਰੂ ਪਿਆਰਿਓ ਗਿਆਨੀ ਦਾ ਗਿਆਨ ਦੇਣਾ ਧਰਮ ਹੈ। ਆਪਣੇ ਧਰਮ ਤੇ ਕਾਇਮ ਰਹਿਣਾ ਚਾਹੀਦਾ। ਤੇ ਗੁਰੂਆਂ ਨੇ ਸ੍ਰਿਸ਼ਟੀ ਦੀ ਬਾਹ ਫੜੀ ਹੈ, ਤੇ ਉਹਨਾਂ ਨੇ ਭਾਵੇਂ ਆਪਣਾ ਸੀਸ ਤੱਕ ਲੱਗਿਆ, ਪਰ ਜਿਹਦੀ ਬਾਹ ਫੜੀ ਹੈ ਫਿਰ ਛੱਡੀ ਨਹੀਂ। ਕਹੋ ਸਤਿਨਾਮ। ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਸਾਵਾ ਥਲ ਤੇ ਮੈਂ ਹੋਏ ਨਿਰਾਸੀ, ਫਿਰ ਆਇਓ ਰਾਵਰ ਕੇ ਪਾਸੀ। ਉਹ ਆ ਕੇ ਪੰਡਿਤ ਕਹਿਣ ਲੱਗਿਆ, ਹੈ ਦੀਨ ਦਿਆਲ ਦੀਰਘ ਬਲ ਭੁਜਾ, ਵੱਡੀਆਂ ਬਾਹਾਂ ਵਾਲੇ ਸਤਿਗੁਰੂ। ਰੋਂਦਾ ਹੋਇਆ ਬੇਨਤੀਆਂ ਕਰਦਾ, ਮਹਾਰਾਜ ਮੈਂ ਸਾਰੇ ਥਾਵਾਂ ਤੇ ਜਾ ਕੇ ਬੇਨਤੀਆਂ ਕੀਤੀਆਂ, ਸਾਰੇ ਥਾਵਾਂ ਤੋਂ ਨਿਰਾਸ਼ਤਾ ਮਿਲੀ, ਹੁਣ ਮੈਂ ਤੁਹਾਡੀ ਸ਼ਰਨ ਆਇਆ। ਅਨਿਆਏ ਮੋਹੇ ਸੰਗ ਕੀਨਾ, ਦੁਸ਼ਟ ਪਠਾਨ ਗਰਭ ਦੁਖ ਦੀਨਾ। ਮਹਾਰਾਜ ਮੇਰੇ ਨਾਲ ਅਨਿਆਂ ਹੋ ਗਿਆ, ਔਰ ਮੈਨੂੰ ਪਠਾਨਾਂ ਨੇ ਬੜਾ ਦੁੱਖ ਦਿੱਤਾ ਹੈ। ਤਨਕ ਪਰੀ ਤਨਾ ਸੁਰਤਾ ਦੁਖ ਭਰੀ, ਤਬ ਹੈ ਧਿਆਨ ਨਿਦ ਆਗਿਆ ਕਰੇ। ਤਨਕ ਪਰੀ ਜਦੋਂ ਥੋੜੀ ਜੀ ਗੱਲ ਇਸ ਬ੍ਰਾਹਮਣ ਨੇ ਆ ਕੇ ਸੁਣਾਈ, ਆ ਕੇ ਮੇਰੇ ਨਾਲ ਅਨਿਆਂ ਹੋ ਗਿਆ। ਕਿਸੇ ਵੇਲੇ ਗੁਰੂ ਘਰ ਦੇ ਸਿੰਘ
ਗੁਰੂ ਪਿਆਰਿਓ ਸੰਸਾਰ ਦਾ ਨਿਆਂ ਕਰਦੇ ਸੀ, ਤੇ ਅੱਜ ਜਿਹੜੇ ਉਹ ਲੋਕ ਜਿਨ੍ਹਾਂ ਦੀਆਂ ਜਾਨਾਂ ਬਚਾਈਆਂ, ਜਿਨ੍ਹਾਂ ਦੇ ਜੀਵਨ ਬਚਾਏ, ਜਿਨ੍ਹਾਂ ਨੂੰ ਜੀਵਨ ਦਾਨ ਦਿੱਤੇ, ਜਿਨ੍ਹਾਂ ਨੇ ਪੁਰਾਣੇ ਬਜ਼ੁਰਗਾਂ ਨੂੰ ਗਵਾਲੀਅਰ ਦੇ ਕਿਲੇ ਚੋਂ ਕੱਢ ਕੇ ਲਿਆਂਦਾ, ਉਹੀ ਪਹਾੜੀ ਅੱਜ 10ਵੇਂ ਪਾਤਸ਼ਾਹ ਦੀ ਐਂਟੀ ਹੋਏ ਆ। ਕੋਈ ਸਤਨਾਮ, ਉਹਦੇ ਖਾਲਸੇ ਦੇ ਵੀ ਅੱਜ ਐਂਟੀ ਹੋਏ ਆ ਲੋਕ, ਜਿਨ੍ਹਾਂ ਨੂੰ ਭੀੜ ਪਈ ਤੇ ਕਿਸੇ ਵੇਲੇ ਗੁਰੂ ਨੇ ਸ਼ਰਨ ਦਿੱਤੀ ਆ ਔਰ ਬਖਸ਼ਿਸ਼ ਕੀਤੀ ਆ, ਜੀਵਨ ਦਾਨ ਦਿੱਤਾ। ਅੱਜ ਉਹ ਪੰਡਤ ਇਸ ਤਰ੍ਹਾਂ ਦਾ ਇੱਕ ਆਇਆ, ਜਦੋਂ ਮਾੜੀ ਜੀ ਰੋਕੇ ਨੇ ਬੇਨਤੀ ਕੀਤੀ, ਮਹਾਰਾਜ ਮੇਰੇ ਨਾਲ ਪਠਾਨਾਂ ਨੇ ਧੱਕਾ ਕੀਤਾ ਹੈ। ਕਹਿੰਦੇ ਗੱਲ ਕੀ ਹੋਈ ਆ? ਇਹਦੀ ਗੱਲ ਸੁਣੋ ਸਿੱਖੋ। ਉਹ ਬੋਲਤ ਹੈ ਸੋਕ ਸਮੇਤਾ, ਕਿਨ ਮਾਰਿਓ ਦੋਹੀ ਇਹ ਦੇਤਾ। ਦੋਹੀ ਦੇਣਾ ਤਰਾਹੇ ਮਾਮ ਬਚਾ ਲਓ। ਇਹ ਰੌਲਾ ਕਿਉਂ ਪਾਉਂਦਾ ਆ ਰਹੀ ਆ? ਪੁੱਛੋ ਇਹਨੂੰ ਕਿਹਨੇ ਮਾਰਿਆ ਇਹਨੂੰ। ਚੌਬਾਦਾਰ ਤਬ ਬੂਝਨ ਗਇਓ, ਨਿਕਟ ਹੋਏ ਸਭ ਉਚਰਤ ਭਇਓ। ਤਾਂ ਗੁਰੂ ਪਿਆਰਿਓ, ਚੌਬਦਾਰ ਭਾਵ ਜੋ ਸਾਹਮਣੇ ਖੜਾ ਚਾਂਦੀ ਦੇ ਡੰਡੇ ਵਾਲਾ ਸਿੰਘ, ਉਹਨੂੰ ਪਹਿਰੇਦਾਰ ਕਹਿੰਦੇ ਆ, ਚੌਬਦਾਰ ਕਹਿੰਦੇ ਆ, ਚੌਬ ਡੰਡੇ ਨੂੰ ਕਹਿੰਦੇ ਆ। ਤਾਂ ਉਹਨੂੰ ਕਹਿਣ ਲੱਗੇ ਪਤਾ ਕਰ ਇਹਨੂੰ ਕੀ ਹੋਇਆ। ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਦੀ ਰਚਨਾ ਕਰਕੇ ਉੱਥੇ ਬੇਅੰਤ ਫੈਸਲੇ ਕੀਤੇ ਆ। ਜਦੋਂ ਕੋਈ ਦੁਖੀ ਆਉਂਦਾ ਉਹਦਾ ਹੱਲ ਕਰਦੇ ਸੀ। ਸੰਤ ਜਰਨੈਲ ਸਿੰਘ ਜੀ ਵੀ ਇਸ ਗੁਰੂ ਪਿਆਰਿਓ ਨੀਤੀ ਨੂੰ ਵਰਤੇ ਹੈ। ਬਹੁਤ ਸਾਰੀਆਂ ਲੜਕੀਆਂ ਜਿਨ੍ਹਾਂ ਨੂੰ ਉਹਨਾਂ ਦੇ ਸਹੁਰੇ ਲੈ ਕੇ ਨਹੀਂ ਸੀ ਜਾਂਦੇ ਜਾਂ ਕੁੱਟਮਾਰ ਕਰਦੇ ਸੀ, ਤੇ ਮਹਾਂਪੁਰਸ਼ਾਂ ਨੇ ਉਹਨਾਂ ਕੁੜੀਆਂ ਨੂੰ ਘਰੋਂ ਘਰੀ ਵਸਾਇਆ ਤੇ ਫਿਰ ਹੱਥ ਬੰਨ੍ਹ ਕੇ ਲਗਾਏ ਆ। ਕੋਈ ਸਤਨਾਮ। ਇਹ ਖਾਲਸੇ ਦਾ ਕੰਮ ਹੈ। ਜਿਹਦੇ ਨਾਲ ਧੱਕਾ ਹੁੰਦਾ ਉਸ ਦੀ ਮਦਦ ਕਰਨੀ। ਖੈਰ, ਮਨੋਬਿਰਤੀਆਂ ਉੱਥੇ ਰੱਖੀਏ ਤਾਂ ਚੌਬਦਾਰ ਨੇ ਜਾ ਕੇ ਪੁੱਛਿਆ, ਹਾਂ ਕੀ ਹੋਇਆ ਤੈਨੂੰ ਦੱਸ। ਔਰ ਹੁਸ਼ਿਆਰ ਨਿਕਟ ਇੱਕ ਬਸੇ, ਬਸੈ ਪਠਾਨ ਤਹਾ ਮਤ ਨਸੀ। ਮਹਾਰਾਜੀ ਹੁਸ਼ਿਆਰਪੁਰ ਦੇ ਨੇੜੇ ਇੱਕ ਬਸੀ ਭਾਵ ਨਗਰ ਹੈ, ਉੱਥੇ ਪਠਾਨਾਂ ਦੀ ਬਸੀ ਉਹਨੂੰ ਕਹਿੰਦੇ ਹਨ। ਉੱਥੇ ਪਠਾਨ ਰਹਿੰਦੇ ਹਨ। ਮੈਂ ਮੁਕਲਾਏ ਬਧੂ ਕੋ ਢੋਰਾ, ਗਵਨਤਾ ਜਾਤ ਆਪਨ ਕਰ ਔਰਾ। ਔਰ ਉਹਨਾਂ ਪਠਾਨਾਂ ਦੀ ਮੱਤ ਮਾਰੀ ਗਈ ਹੈ। ਮੈਂ ਆਪਣਾ ਲੜਕਾ ਵਿਆਹ ਕਰਕੇ ਆਪਣੀ ਨੂੰਹ ਨੂੰ ਵਿਆਹ ਕੇ ਆਪਣੇ ਪਿੰਡ ਜਾ ਰਿਹਾ ਸੀ। ਕਰੀ ਬਿਲੋਕਨਾਤ ਮਮਦਾਰਾ, ਛੀਨ ਬਰਿਓ ਲੈ ਸਦਨ ਮਜ਼ਾਰਾ। ਔਰ ਉਹ ਕਹਿਣ ਲੱਗੇ ਆ ਪੰਡਤ, ਕਹਿੰਦੀ ਉਹਨਾਂ ਪਠਾਨਾਂ ਨੇ ਜਦੋਂ ਮੇਰੀ ਇਸਤਰੀ ਨੂੰ ਵੇਖਿਆ, ਮੈਂ ਮੁਕਲਾਵਾ ਲੈ ਕੇ ਆਇਆ ਸੀ। ਆ ਬਰਾਤ ਦੇ ਜਾਣ ਦਾ ਇਹੀ ਕਾਰਨ ਸੀਗਾ ਕਿ ਰਸਤੇ ਵਿੱਚ ਲੁਟੇਰੇ ਪੈ ਜਾਂਦੇ ਸੀ। ਕੋਈ ਸਤਨਾਮ, ਕੋਈ ਸਮਾਂ ਸੀਗਾ ਪਿੰਡ ਦੇ ਲੋਕ ਇਕੱਠੇ ਹੋ ਕੇ ਨਾਲ ਜਾਂਦੇ ਸੀ ਬੱਚੇ ਦੇ ਵਿਆਹਣ ਵਾਸਤੇ, ਔਰ ਇਸ ਤਰ੍ਹਾਂ ਖੁਸ਼ੀਆਂ ਵਿੱਚ ਸ਼ਰੀਕ ਵੀ ਹੁੰਦੇ ਸੀ ਤੇ ਭੀੜ ਪੈਣ ਤੇ ਰਕਸ਼ਾ ਵੀ ਕੀਤੀ ਜਾਂਦੀ ਸੀ ਡੋਲੇ ਦੀ, ਜਾਂ ਜੋ ਦਾਜ ਦਾ ਸਮਾਨ ਹੁੰਦਾ ਉਹ ਸਹੀ ਸਲਾਮਤ ਘਰੇ ਪਹੁੰਚਾਇਆ ਜਾਂਦਾ ਸੀ। ਕੋਈ ਸਤਨਾਮ। ਇਹ ਕਹਿਣ ਲੱਗਿਆ ਜੀ, ਜਦੋਂ ਹੀ ਮੈਂ ਮਕਲਾਵਾ ਲੈ ਕੇ ਆ ਰਿਹਾ ਸੀ, ਆਪਣੀ ਘਰਵਾਲੀ ਨੂੰ ਲੈ ਕੇ ਆ ਰਿਹਾ ਸੀ, ਤੇ ਰਸਤੇ ਵਿੱਚ ਪਠਾਨਾਂ ਨੇ ਮੇਰੀ ਘਰਵਾਲੀ ਮੈਥੋਂ ਖੋ ਕੇ ਲੈ ਗਏ ਜੀ। ਮੈਂ ਜਬ ਉਚੇ ਕੀਨ ਪੁਕਾਰਾ, ਨਰਤੇ ਗਹਿਵਾਇਓ ਬਹੁ ਮਾਰਾ। ਤੇ ਜਦੋਂ ਮਹਾਰਾਜ ਮੈਂ ਬੇਨਤੀਆਂ ਕੀਤੀਆਂ, ਰੌਲਾ ਪਾਇਆ, ਉਲਟਾ ਮੈਨੂੰ ਹੀ ਉਹਨਾਂ ਦੇ ਬੰਦਿਆਂ ਨੇ ਕੁੱਟਿਆ। ਤੇ ਸਾਹਿਤ ਮੈਂ ਬਹੁਤ ਨਾ ਟਿਕ ਗਇਓ, ਤਰਕ ਜਹਾਂ ਕਹਿਤਾ ਨਾ ਤਨ ਦਇਓ। ਮੈਂ ਬਹੁਤ ਸਾਰੇ ਲੋਕਾਂ ਨੂੰ ਕਿਹਾ ਕਿ ਇਹਨਾਂ ਪਠਾਨਾਂ ਨੇ ਮੇਰੀ ਘਰਵਾਲੀ ਇਸਤਰੀ ਖੋਹ ਲਈ ਹੈ, ਮੈਨੂੰ ਵਾਪਸ ਕਰਾਓ ਇਹਨਾਂ ਦੇ ਕੋਲੋਂ। ਬਹੁਤ ਸਾਰੇ ਤੁਰਕ ਸੂਬੇਦਾਰਾਂ ਨੂੰ ਪੈਸੇ ਵੀ ਦੇਣ ਦੀ ਮੈਂ ਕਿਹਾ, ਵੀ ਮੇਰਾ ਕੰਮ ਕਰ ਦਿਓ। ਨਹੀਂ ਫਿਰਾਦ ਲਗਨ ਕਿਤ ਦੀਨਾ, ਜਿਉ ਕਿਉ ਜਤਨ ਅਣਕ ਮੈਂ ਕੀਨਾ। ਔਰ ਕਿਸੇ ਨੇ ਮੇਰੀ ਫਰਿਆਦ ਨਾ ਸੁਣੀ ਤੇ ਨਾ ਸੂਬੇਦਾਰਾਂ ਨੂੰ ਸੁਣਾਈ, ਨਾ ਕਿਸੇ ਥਾਣੇ ਵਿੱਚ ਮੇਰੀ ਰਪਟ ਲਿਖਾਈ, ਜਿਵੇਂ ਅੱਜ ਕੱਲ੍ਹ ਵੱਡੀਆਂ ਦੀਆਂ ਰਪਟਾਂ ਘੱਟ ਲਿਖੀਆਂ ਜਾਂਦੀਆਂ। ਜਿਵੇਂ ਕਹਿੰਦਾ ਮੈਂ ਕਈ ਥਾਂ ਤੇ ਕੋਸ਼ਿਸ਼ ਕੀਤੀ ਕਿ ਮੈਂ ਜਾ ਕੇ ਸੂਬੇਦਾਰ ਨੂੰ ਦੱਸਾਂ ਵੀ ਇਹਨਾਂ ਪਠਾਨਾਂ ਨੇ ਧੱਕਾ ਕੀਤਾ, ਪਰ ਉਹਨਾਂ ਦੀ ਚੱਲਦੀ ਸੀ, ਇਸ ਕਰਕੇ ਮੇਰੀ ਫਰਿਆਦ ਕਿਸੇ ਨੇ ਨਹੀਂ ਸੁਣੀ ਜੀ। ਕਾਜੀ ਕੋਟਵਾਰ ਨਿਕ ਫਿਰਿਓ, ਕਿਨਹੂ ਨਿਆਉ ਨਾ ਮੇਰੋ ਕਰਿਓ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਕਾਜੀ ਵੀ ਅੱਜ ਦੇ ਰਿਸ਼ਵਤੀ ਹੋ ਚੁੱਕੇ ਐ। ਮੈਂ ਕਾਜੀਆਂ ਕੋਲ ਵੀ ਗਿਆ, ਕੋਤਵਾਲਾਂ ਕੋਲ ਵੀ ਗਿਆ, ਕੋਤਵਾਲ ਥਾਣੇਦਾਰ ਨੂੰ ਕਹਿੰਦੇ ਹਨ, ਮੈਂ ਉਹਨਾਂ ਕੋਲ ਵੀ ਗਿਆ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਜੀ। ਲਾਗੇ ਗੁਰ ਹਿੰਦਨ ਸਿਰ ਮੋਰਾ, ਕਰਮ ਦੁਖੀ ਆਇਓ ਇਸ ਖੋ। ਇੱਕ ਤੁਸੀਂ ਐਸ ਹਿੰਦ ਦੇ, ਐਸ ਦੇਸ਼ ਦੇ
ਮੁਖੀ ਹੋ ਮਹਾਰਾਜ, ਸਿਰਮੌਰ ਹੋ ਮਾਲਕ ਹੋ, ਤੇ ਮੈਂ ਦੁਖੀ ਹੋਇਆ ਤੁਹਾਡੇ ਚਰਨ ਸ਼ਰਨ ਆਇਆ ਹਾਂ। ਸਾਵਾ ਬਿਰਤਾਂਤਾ ਸੁਣ ਕੇ ਹਟ ਗਇਓ, ਗੁਰੂ ਸਮੀਪ ਨਿਵੇਦਤਾ ਭਇਓ। ਔਰ ਚੌਬਦਾਰ ਨੇ ਸਾਰੀ ਕਹਾਣੀ ਉਹਦੀ ਸੁਣ ਕੇ 10ਵੇਂ ਪਾਤਸ਼ਾਹ ਜੀ ਦੇ ਕੋਲ ਆ ਕੇ ਦੱਸਣੀ ਕੀਤੀ ਹੈ। ਸੋਨਾ ਜਿਜ ਕੋ ਤਵ ਨਿਕਟ ਬੁਲਾਇਓ, ਹੱਥ ਜੋਰ ਗੁਰ ਸਨਮੁਖ ਆਇਓ। ਪਾਤਸ਼ਾਹ ਕਹਿੰਦੇ ਉਹਦੇ ਅੱਗੇ ਬੁਲਾ ਕੇ ਲਿਆਓ ਉਸ ਬੱਚੇ ਨੂੰ। ਉਹ ਨੌਜਵਾਨ ਅੱਗੇ ਸੱਦਿਆ, ਹੱਥ ਬੰਨ ਕੇ ਸਾਹਮਣੇ ਖੜਾ ਹੈ। ਛੇਨੀਦਾਰਾ ਸਕਲ ਬਿਰਤੰਤਾ, ਕਰਿਓ ਸੁਨਾਵਨ ਪੁਨ ਭਗਵੰਤਾ। ਹਾਂ, ਤੂੰ ਸੁਣਾ ਸਵਾਰ ਕੇ ਕੀ ਗੱਲ ਹੋਈ ਹੈ ਭਾਈ। ਉਹਨੇ ਸਾਰੀ ਗੱਲ ਦੱਸੀ ਕਿ ਮੈਂ ਹੁਸ਼ਿਆਰਪੁਰ ਤੋਂ ਆਪਣਾ ਮਕਲਾਵਾ ਲੈ ਕੇ ਆ ਰਿਹਾ ਸੀ ਤੇ ਰਸਤੇ ਵਿੱਚ ਪਠਾਨਾਂ ਨੇ ਮੇਰੀ ਘਰਵਾਲੀ ਤੇ ਮੇਰਾ ਸਾਜੋ ਸਮਾਨ ਖੋਹ ਲਿਆ ਹੈ ਜੀ। हे प्रभा कै अवतर को पाऊं, नत मैं द्वार अगर जर जाऊं। ਕਹਿੰਦਾ ਜੀ ਫੇਰ ਤਾਂ ਇਹ ਤਾਂ ਬਹੁਤ ਬਦਨਾਮੀ ਵਾਲੀ ਗੱਲ ਹੈ, ਜੇ ਕੋਈ ਰਸਤੇ ਵਿੱਚੋਂ ਕਿਸੇ ਦੀ ਘਰਵਾਲੀ ਉਹ ਤੋਂ ਖੋਹ ਕੇ ਲੈ ਜਾਵੇ। ਹੁਣ ਜਾਂ ਤਾਂ ਮੈਨੂੰ ਮੇਰੇ ਘਰਵਾਲੀ ਦੁਆਰਾ ਮਿਲ ਜਾਵੇ, ਨਹੀਂ ਤਾਂ ਮੈਂ ਅੱਗ ਲਾ ਕੇ ਆਤਮ ਹੱਤਿਆ ਕਰ ਲਵਾਂਗਾ। जीवन धर्म नहीं अब मेरा, तुम बिन जतन नहीं को हेरा। ਮੈਂ ਆਪਣੀ ਇਸਤਰੀ ਦੀ ਰੱਖਿਆ ਨਹੀਂ ਕਰ ਸਕਿਆ। ਵਿਆਹ ਵੇਲੇ ਤਲਵਾਰ ਫੜਾਉਂਦੀ ਆ ਲਾੜੇ ਨੂੰ, ਕਾਹਦੇ ਵਾਸਤੇ? ਰਖਵਾਲਾ ਬਣਾ ਰਹੇ ਤੈਨੂੰ, ਇਸ ਲੜਕੀ ਦਾ ਰੱਖਿਆ ਤੂੰ ਕਰਨੀ ਹੈ। ਪਰ ਇਹਨਾਂ ਨੇ ਉਸ ਨੂੰ ਕੇਵਲ ਇੱਕ ਸਟੰਟ ਹੀ ਬਣਾ ਲਿਆ ਹੈ। ਤੋਂ ਜਾਣ ਵੇਲੇ ਤਾਂ ਤਲਵਾਰ ਦੀ ਬੜੀ ਸੰਭਾਲ ਕਰਦੇ ਐ, ਤੇ ਜਦੋਂ ਆਨੰਦ ਕਾਰਜ ਹੁੰਦੇ ਪਤਾ ਨਹੀਂ ਤਲਵਾਰ ਕਿੱਥੇ ਹੁੰਦੀ ਆ। ਕੋਈ ਸਤਰ ਰੱਖਿਆ ਕਾਹਨਾਂ ਕਰਨੀ ਆ। ਤਾਈਓ 10ਵੇਂ ਪਾਤਸ਼ਾਹ ਕਹਿੰਦੇ ਖਾਲਸਾ ਜਿਹੜਾ ਕਦੇ ਸ਼ਾਸਤਰ ਨੂੰ ਸਰੀਰ ਤੋਂ ਦੂਰ ਨਾ ਕਰੇ, ਸ਼ਾਸਤਰ ਹਮੇਸ਼ਾ ਨਾਲ ਰੱਖੋ। ਕਹੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ, ਤਾਂ ਉਹ ਆਪਣੇ ਸ਼ਾਸਤਰਾਂ ਦੇ ਜ਼ੋਰ ਨਾਲ ਹੀ ਲੈ ਸਕਦਾ ਹੈ, ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ। ਤਾਂ ਇਸ ਕਰਕੇ ਗੁਰੂ ਸਾਹਿਬ ਨੇ ਸ਼ਾਸਤਰਾਂ ਨਾਲ ਸਾਨੂੰ ਲੋੜੇ ਆ। 6ਵੇਂ ਪਾਤਸ਼ਾਹ ਜੀ ਦੇ ਵੇਲੇ ਜਦੋਂ ਰਸਤੇ ਵੀ ਸੰਗਤਾਂ ਲੁੱਟਿਆ ਜਾਂਦਾ ਸੀ ਤੇ ਆ ਕੇ ਰੋਣਾ, ਜੀ ਸਾਥੋਂ ਦੁਸ਼ਾਲੇ ਖੋਲੇ, ਜੀ ਸਾਥੋਂ ਘੋੜੇ ਖੋਲੇ ਪਠਾਨਾਂ ਨੇ। ਫਿਰ ਕਹਿੰਦੇ ਤੁਸੀਂ ਖਾਲੀ ਹੱਥ ਕਿਉਂ ਤੁਰੇ? ਕਰੋ ਸ਼ਾਸਤਰ, ਵਰਸ਼ਾ, ਨੇਜਾ, ਤਲਵਾਰਾਂ ਹੱਥ ਵਿੱਚ ਰੱਖੋ। ਜਦੋਂ ਕੋਈ ਖੋਹਦਾ ਤੇ 2 ਹੱਥ ਕਰੋ, ਵੱਧ ਤੋਂ ਵੱਧ ਇੱਕ ਅੱਧਾ ਮਰ ਜਾਊਗਾ ਤਾਂ ਗਾਹਾਂ ਨੂੰ ਇਹਨਾਂ ਨੂੰ ਕੰਨ ਹੋ ਜਾਣਗੇ, ਸੰਗਤਾਂ ਲੁੱਟਣਾ ਬੰਦ ਫੇਰ ਕਰਨਗੇ। तो इस करके ये कहता जी मैं रक्षा नहीं कर सकिया, इस करके धरेगा मेरे जिउण दे हुण। सुन कलगी तर धीरज दीना, जरहो ना दुख चिंता करहीना। कोई नहीं आत्महत्या नहीं करनी, अग नहीं लाउणी, तैनू तेरी घर वाली दवा दिन्ने आ। जतन तव दारा हेता, ज्यों क्यों कर लै देह निकेता। जल्दी ही तैनू उन्हां दे घरों तेरी घर वाली मंगवा के दिंदे हां। तिस सेना पुत्र विशाल बुलायो, सुनत हुक्म को पित डिग आयो। और सतगुरां ने अपने बड़े साहिबजादे बाबा अजीत सिंह नूं बुलाया, कहने पुत्र गल सुन। तरण अवस्था जिस तन सो है, जन अर्जन सत अंबन वो है। और जवानी दे विच है साहिबजादे बाबा अजीत सिंह जी, बड़े सुंदर लगते हैं। भाई साहब ने अर्जन पांडव के पुत्र अभिमन्यु की तरह कहते चढ़ती कला का जोधा। खड़ग से पर जय अंग लगाए, अदक सपूत सुंदरी जाए। माता सुंदरी जी का ये वड्डे पुत्र हैं। छोटे 3 पुत्र माता जीतो जी दे है, वड्डे साहिबजादे बाबा अजीत सिंह माता सुंदरी जी दे हैं। गुरु प्यारिओ, तो इस तरह माता सुंदरी जी दे पुत्र बड़े सोहने लगते हैं शरीर ते, जदों तलवार खड़ग ढाल आदि शास्त्र भी पहने हैं। सकल कुटुंब मौद के दायका, मित्रन सकद सतरो गण कायका। ये सारा ही परिवार गुरु का सुख देने वाला है। मित्रां लई सुखदाई है ते शत्रुआं लई दुखदाई है। चपला बिलोचना जोयता विस्तारा, पित के गुण अर तन अनुहारा। चपल बलोचा नेत्र बड़े तेज चलते हैं और बड़े अलर्ट है बाबा अजीत सिंह जी। जुत विस्तारा, वड्डियां वड्डियां अखां, अपने पिता ते गया चेहरा उन्हां दा। पिता के गुण अर तन अनुराग, कहने लगे पिता की तरह ही सुंदर लगते हैं। सवा बुझार गुरु डिग आयो,
ओड गाना रव सस सम दर्शायो ਔਰ ਆ ਕੇ ਪ੍ਰੀਤਮ ਜੀ ਨੂੰ ਨਮਸਕਾਰ ਕੀਤੀ ਹੈ। ਸਤਿਗੁਰਾਂ ਦੇ ਕੋਲ ਖੜੇ ਹੈ, ਜਿਵੇਂ ਚੰਦਰਮਾ ਦੇ ਕੋਲ ਤਾਰਾ ਸ਼ੋਭਦਾ ਹੈ। पिता गुरु के पग कर नम्यो सादर बैठ गयो तह समयो ਨਮਸਕਾਰ ਕਰਕੇ ਚਰਨਾਂ ਵਿੱਚ ਬੈਠ ਗਏ ਹਨ। सर्व सवासद बंधन कीना देख देख दिस मान सुलीना ਔਰ ਜਿੰਨੇ ਸਭਾ ਦੇ ਵਿੱਚ ਸਿੰਘ ਬੈਠੇ ਆ ਸਾਰਿਆਂ ਨੂੰ ਸਾਹਿਬਜ਼ਾਦੇ ਤੇ ਬੜਾ ਮਾਣ ਹੈ। ਦਰਸ਼ਨ ਕਰਕੇ ਸਾਰੇ ਨਮਸਕਾਰਾਂ ਕਰਦੇ ਹਨ। पेख सपूत का हुक्म बखाना ले हो सिंगा संग कर हो बयाना ਕੀ ਹੁਕਮ ਹੈ ਪਿਤਾ ਜੀ? ਪੁੱਤਰ ਜਾ, ਤੇਰੀ ਡਿਊਟੀ ਲਾਉਣੇ ਆ, ਨਾਲ 4-5 ਸਿੰਘ ਲੈ ਜਾ। बलि तुरंगम पर सब जीना खर खपरे तर कै तन पीना ਔਰ ਭੱਥਾ ਤੀਰਾਂ ਵਾਲਾ ਮੋਢੇ 'ਚ ਪਾ ਕੇ ਨਾਲ ਕਮਾਨ ਵੀ ਲੈ ਕੇ ਜਾਣੀ ਹੈ ਸ਼ਸਤਰਾਂ ਦੇ ਨਾਲ। ਬੜੀ ਘੋੜੇ ਤੇ ਚੜ ਜਾ। निज को दुख छीनी खलदारा दोही दीन दीन लख मारा ਇਹ ਪੰਡਤ ਦੀ ਲੜਕੀ ਇਸਤਰੀ ਉਹਨਾਂ ਮੂਰਖ ਪਠਾਨਾਂ ਨੇ ਖੋਹ ਲਈ ਹੈ। ਸਾਡੇ ਦਰ ਤੇ ਆ ਕੇ ਇਸ ਨੇ ਸਾਡੇ ਕੋਲੋਂ ਜਿਹੜਾ ਹੈ ਮੰਗੀ ਹੈ ਰਕਸ਼ਾ। ਸਾਡੇ ਨਾਲ ਇਸ ਦੇ ਬਚਨ ਹੋਏ ਹਨ, ਜਾ ਤੂੰ ਇਸ ਗਰੀਬ ਦੀ ਨਿਮਾਣੇ ਦੀ रक्षा कर। बसी बसी एक तिस मह बसे कर अन्याय खुशी जुत हसे ਪਿੰਡ ਹੈ ਕੋਈ ਬੱਸੀ ਬੱਸੀ, ਵੈਸੇ ਉਹਨੂੰ ਪਠਾਨਾਂ ਦੀ ਬੱਸੀ ਕਹਿੰਦੇ ਹਨ ਹੁਸ਼ਿਆਰਪੁਰ ਦੇ ਇਲਾਕੇ 'ਚ। ਕਹਿੰਦੇ ਪਠਾਨਾਂ ਦੀ ਬੱਸੀ ਹੈ, ਉੱਥੇ ਰਹਿੰਦੇ ਹਨ। ਕਾਰਨਾ ਦਿਜ ਕੀ ਤੇਰੇ ਸਮੇਤਾ ਆਚਕ ਘੇਰੋ ਜਾਏ ਨਕੇ ਜਾਓ ਚਾਨ ਚੱਕ ਉਹਨਾਂ ਨੂੰ ਘੇਰਾ ਪਾਓ। ਜਿਸ ਤਰ੍ਹਾਂ ਮਹਾਪੁਰਸ਼ ਬਾਬਾ ਜਰਨੈਲ ਸਿੰਘ ਜੀ ਵੀ ਬੰਦੇ ਭੇਜਿਆ ਕਰਦੇ, ਜਦੋਂ ਕੋਈ ਇਹੋ ਜਿਹੀ ਘਟਨਾ ਕਰਦੀ ਨਾ, ਕਹਿੰਦੇ ਸਣੇ ਬੰਦਾ ਫੜ ਕੇ ਲਿਆਓ ਤੇ ਸਣੇ ਉਹ ਲੜਕੀ ਨੂੰ ਲੈ ਕੇ ਆਓ ਜਿਹੜੇ ਇਸ ਤਰ੍ਹਾਂ ਕਰਦੇ ਹਨ। ਕਹੋ ਸਤਨਾਮ ਸਿੰਘ। ਮਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾਓ ਉਹ ਇਸਤਰੀ ਨੂੰ ਲੈ ਕੇ ਆਓ, ਨਾਲੇ ਪਠਾਨਾਂ ਨੂੰ ਫੜ ਕੇ ਲਿਆਓ, ਸਾਰੇ ਜਿਹੜੇ ਲੈ ਕੇ ਗਏ ਨੇ ਖੋ ਕੇ। आवत जात ना बिलम लगावहो गह दोनों को तोरन लियावो ਟਾਈਮ ਨਹੀਂ ਲਾਉਣਾ ਬਹੁਤਾ, ਜਲਦੀ ਜਾਓ ਤੇ ਨਾਲੇ ਉਸ ਲੜਕੀ ਨੂੰ ਤੇ ਨਾਲ ਹੀ ਉਹਨਾਂ ਪਠਾਨਾਂ ਨੂੰ ਫੜ ਕੇ ਲਿਆਓ। पिता हुक्म को सुना पद बंदे तुरत तैयार हुए हृदय आनंदे ਔਰ ਪਿਤਾ ਜੀ ਦਾ ਹੁਕਮ ਸੁਣਦਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੇ 7 ਬਚਨ ਕਹਿ ਕੇ ਨਮਸਕਾਰ ਕੀਤੀ ਹੈ ਔਰ ਤਿਆਰੀ ਖਿੱਚੀ ਹੈ। सो असवार सिंह चढ़ चाले ज्वाला बवनी हाथ संभाले ਭਾਈ ਸਾਹਿਬ ਜੀ ਕਹਿੰਦੇ 100 ਸਿੰਘ ਘੋੜਸਵਾਰ ਨਾਲ ਜਾਣ ਨੂੰ ਤਿਆਰ ਹੋ ਗਿਆ ਤੇ ਸਾਰਿਆਂ ਨੇ ਆਪਣੇ ਹੱਥਾਂ ਵਿੱਚ ਸ਼ਸਤਰ ਜਵਾਲਾ ਬਵਨੀ ਕਹਿੰਦੇ ਆ ਬੰਦੂਕਾਂ ਭਰ ਕੇ ਮੋਢਿਆਂ ਤੇ ਟੰਗੀਆਂ। तरबा का जल उतरे पारा दवा घटका बासर तिस बार ਇਸ ਤਰ੍ਹਾਂ पहुंच ਗਏ। ਦਿਨ 2 ਘੜੀਆਂ ਬਾਕੀ ਸੀ ਛਿਪਣ ਦੇ ਵਿੱਚ। 2 ਘੜੀਆਂ ਰਹਿੰਦੇ ਉਸ ਇਲਾਕੇ 'ਚ ਪਏ ਗਏ ਨਾ। विपर संग ने निसमह चाले ग्राम ग्राम ते नरह निकाले ਔਰ ਇਸ ਤਰ੍ਹਾਂ ਉਹ ਪੰਡਿਤ ਵੀ ਨਾਲ ਲਿਆ ਪਛਾਣ ਕਰਨ ਵਾਸਤੇ। ਇਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਆਦਮੀਆਂ ਨੂੰ ਕੱਢ ਕੇ ਨਾਲ ਲੈਂਦੇ ਗਏ। दोहरा कोरे तोरन तोर कर बसी बसी जिस थाए ਜਿੱਥੇ ਉਹ ਨਗਰ ਸੀਗਾ ਘੋੜਿਆਂ ਤੇ ਸਵਾਰ ਹੋ ਕੇ ਤੁਰੰਤ ਪਹੁੰਚਦੇ ਹਨ। बसी है बास पठान को दीनो विपर बताए ਪੰਡਿਤ ਕਹਿੰਦਾ ਬੱਸੀ ਪਿੰਡ ਵਿੱਚ ਰਹਿੰਦੇ ਹਨ ਉਹ ਪਠਾਨ। तुरक सपत जह सहज सपाए जाए अचानक घेरो पाए ਉਹ ਤਾਂ ਆਰਾਮ ਨਾਲ ਸੁੱਤੇ ਪਏ ਸੀ ਵੀ ਹੁਣ ਸਾਨੂੰ ਕਿਹੜਾ ਬੁਲਾਉਂਦਾ, ਦਿਨ ਛਿਪ ਗਿਆ ਨਾ ਪਹੁੰਚਦੇ ਤੇ ਜਾ ਘੇਰਾ ਪਾਇਆ ਘਰ ਨੂੰ। सगल ग्राम के जेतक खाना देख सैन को भय हैरान ਸੌਖ ਦਾ ਘੋੜਸਵਾਰ ਹੋ ਗਿਆ। ਕੁਝ ਰਾਹ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਵੀ ਨਾਲ ਚੱਕ ਲਿਆ, ਚਲੋ ਵੀ ਨਾਲ ਚੱਲੋ, ਸਾਡੇ ਨਾਲ ਚੱਲੋ। ਵਾਹਵਾ ਫੌਜੀ ਬਣਾ ਕੇ ਜਦੋਂ ਪਠਾਨਾਂ ਦੀ ਬੱਸੀ ਨੂੰ ਘੇਰਾ ਪਾਇਆ ਤੇ ਸਾਰੇ ਖਾਨ ਡਰ ਕੰਮ ਦੇ ਬਾਹਰ ਨਿਕਲ ਆਏ ਵੀ ਆ ਕੀ ਗੱਲ ਹੋ ਗਈ। केतक दौरे को पोषण लागे केतक दाव पाए कर भागे ਕਈ ਤਾਂ ਡਰਦੇ ਭੱਜ ਗਏ ਵੀ ਆ ਤਾਂ ਸਿੱਖਾਂ ਨੇ ਹਮਲਾ ਕਰਤਾ ਸਾਡੇ ਤੇ ਕਈ ਪੁੱਛਣ ਲੱਗੇ ਗੱਲ ਕੀ ਹੋ ਗਈ। जत कहो ना दोष हमारो
ਦੋਖੀ ਤਜੋ ਗਹੋ ਕੈ ਮਾਰ। ਕਈ ਹੱਥ ਬੰਨੀ ਖੜੇ ਆ ਵੀ ਇਸ ਤਾਂ ਕੁਝ ਨਹੀਂ ਕਿਹਾ ਸੋਨੂੰ, ਜਿਹੜੇ ਤੁਹਾਡੇ ਦੋਸ਼ੀ ਹਨ ਉਹਨਾਂ ਨੂੰ ਫੜ ਲਓ, ਮਾਰੋ ਤੇ ਛੱਡੋ, ਵੀ ਅਸੀਂ ਨਹੀਂ ਕੁਝ ਕਿਹਾ ਸਾਨੂੰ ਬਖਸ਼ ਦਿਓ। ਪਹਿਲੇ ਮਾਫੀਆਂ ਮੰਗਣ ਲੱਗ ਪਏ। ਕਿਸ ਹੋ ਨ ਆਗੇ ਸ਼ਸਤਰ ਉਠਾਇਓ, ਗਹਿਓ ਪਠਾਨ ਸਬੰਧ ਚਲਾਇਓ। ਸਿੰਘਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ, ਕਹਿੰਦੇ ਸਾਨੂੰ ਸਿਰਫ ਉਹ ਪਠਾਨ ਚਾਹੀਦੇ ਨਾ ਜਿਹੜੇ ਇਸ ਬ੍ਰਾਹਮਣ ਦੀ ਇਸਤਰੀ ਖੋ ਕੇ ਲਿਆਏ ਨਾ, ਉਹ ਦੱਸੋ ਕਿਹੜੇ ਘਰ ਚ ਹੈ। ਜਿਤਨੀ ਕਾ ਇੱਕ ਤਰੰਗ ਚੜਾਇਓ, ਇਹ ਕਰੋਈ ਦਾ ਫਲ ਸਭਨ ਸੁਨਾਇਓ। ਅਖੀਰ ਉਹ ਘਰ ਲੱਭ ਲਿਆ ਤੇ ਉਸ ਪਠਾਨ ਨੂੰ ਮੁਸ਼ਕਾਂ ਬੰਨ ਕੇ ਘੋੜੇ ਤੇ ਸਿੱਟਿਆ ਤੇ ਉਸ ਬੀਬੀ ਨੂੰ ਵੀ ਇੱਕ ਘੋੜੇ ਤੇ ਬਿਠਾ ਦਿੱਤਾ ਨਾਲ। ਵਹ ਦੋਨੋਂ ਕੋ ਅਪਰਨਾ ਸ਼ੇਰਾ, ਸੀਗਰ ਕਰਤ ਗਮਨੇਤ ਸਵੇਰਾ। ਇਹ ਉਹ ਦੋਨਾਂ ਨੂੰ ਫੜ ਕੇ ਤੇ ਚੱਲ ਪਏ ਗੁਰੂ ਸਾਹਿਬ ਦੇ ਵੱਲ। ਜਿਸ ਮਗ ਗਏ ਤਿਸੀ ਮਗ ਆਏ, ਕੇਤਕ ਚੜ ਦਿਨ ਪੁਰ ਨਿਰਿਆਏ। ਦੂਸਰਾ ਸਾਰੀ ਰਾਤੇ ਰਾਤ ਆਏ, ਦੂਜਾ ਦਿਨ ਚੜ ਗਿਆ। ਔਰ ਗੁਰੂ ਪਿਆਰਿਓ ਦਿਨ ਚੜੇ ਜਦੋਂ ਪਹੁੰਚਦੇ ਹਨ, ਸਤਿਗੁਰ ਸਭਾ ਮਾਹੀ ਜਬ ਆਏ, ਤਬ ਲੈ ਦੋਨੋਂ ਪਹੁੰਚ ਭਏ। ਇਤਨੀ ਉਧਰੋਂ ਦੀਵਾਰ ਦੀਵਾਨ ਵੀ ਸਜ ਗਏ ਦੂਸਰੇ ਦਿਨ ਦੇ, ਤੇ ਸਤਿਗੁਰੂ ਵੀ ਸਭਾ ਵਿੱਚ ਆ ਗਏ ਤੇ ਇਹ ਵੀ ਪਹੁੰਚ ਗਏ। ਵਾਹਿਗੁਰੂ ਜੀ ਕੀ ਫਤਿਹ, ਸਭ ਕੋ ਭਇਓ ਹਰਖ ਔਰ ਅਤੇ। ਔਰ ਗੱਜ ਕੇ ਫਤਿਹ ਬੁਲਾਉਂਦੀ ਹੈ ਜਾ ਕੇ ਸਾਰਾ ਜਥਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਨੋਂ ਗੁਰ ਨਿਕਟ ਬਿਠਾਏ, ਆਪ ਪੁੱਤਰ ਕਰ ਸਰਨ ਵਿਰਸਾਏ। ਔਰ ਉਹਨਾਂ ਦੋਨਾਂ ਨੂੰ ਲਿਆ ਕੇ ਗੁਰੂ ਸਾਹਿਬ ਦੇ ਹਜ਼ੂਰੀ 'ਚ ਬਿਠਾ ਦਿੱਤਾ ਹੈ, ਔਰ ਆਪ ਫੌਜਾਂ ਆਰਾਮ ਕਰਨ ਲੱਗੀਆਂ। ਦੇਜ ਕੀ ਦਾਰਾ ਦਿਜ ਕੋ ਦਈ, ਆਸਿਕ ਬਾਦਤ ਕਯੋ ਸੁਖਮਈ। ਔਰ ਪੰਡਿਤ ਨੂੰ ਅਸੀਸ ਦਿੱਤੀ, ਉਹਦੀ ਘਰ ਵਾਲੀ ਉਹਨੂੰ ਸੰਭਾ ਦਿੱਤੀ ਹੈ। ਤਰਕ ਪਠਾਨ ਅਰਧ ਗੜਵਾਇਓ, ਤੀਰਨ ਸੋ ਤਿਸ ਕੋ ਮਰਵਾਇਓ। ਕਹਿੰਦੇ ਇਹਨੂੰ ਸਜ਼ਾ ਦੀ ਉਸੇ ਤਰ੍ਹਾਂ ਜਿਵੇਂ ਇਹਨੇ ਦੁੱਖ ਦਿੱਤਾ ਧਰਤੀ ਵਿੱਚ ਗੱਡ ਕੇ, ਤੇ ਤੀਰਾਂ ਦੇ ਨਾਲ ਇਸ ਨੂੰ ਸਜ਼ਾ ਦੇ ਦਿੱਤੀ ਗਈ ਆ। ਇਸ ਚਰਤਰ ਕੋ ਸੁਣ ਜਗ ਸਾਰਾ, ਸ੍ਰੀ ਸਤਿਗੁਰ ਜਸ ਮਹਿਦ ਉਚਾਰਾ। ਆ ਜਿਹੜੀਆਂ ਦੇਸ਼ ਦੇ ਵਿੱਚ ਹੁੰਦੇ ਆ ਨਾ ਬਲਾਤਕਾਰ ਵਗੈਰਾ, ਲੜਕੀਆਂ ਨੂੰ ਡਿਸਟਰਬ ਕੀਤਾ ਜਾਂਦਾ ਹੈ, ਜੇ ਦੋ ਚਾਰਾਂ ਨੂੰ ਇਸ ਤਰ੍ਹਾਂ ਜਨਤਾ ਦੇ ਸਾਹਮਣੇ ਸਜ਼ਾ ਦਿੱਤੀ ਜਾਵੇ ਤੇ ਮੁੜ ਕੇ ਸਾਰੇ ਹੀ ਇਹ ਡਿਸਟਰਬ ਕਰਨੋਂ ਹਟ ਜਾਣ। ਕੋ ਸਤਨਾਮ। ਇਹ ਤਾਂ ਕੇਸ ਚਲਾ ਕੇ ਬਹਿ ਜਾਂਦੇ ਆ, ਮੁੜ ਕੇ ਕਈ ਸਾਲ ਕੇਸ ਚੱਲੀ ਜਾਂਦੇ ਆ, ਮੁੜ ਕੇ ਉਹਨਾਂ ਨੂੰ ਛੱਡ ਦਿੰਦੇ ਆ, ਚਲੋ ਜੀ ਕੰਮ ਨਿਬੜਿਆ। ਇਸੇ ਕਰਕੇ ਦੁਨੀਆ ਡਰਦੀ ਨਹੀਂ। ਜਦੋਂ 10ਵੇਂ ਪਾਤਸ਼ਾਹ ਨੇ ਉਸ ਪਠਾਨ ਨੂੰ ਧਰਤੀ 'ਚ ਗੱਡ ਕੇ ਤੇ ਸਿੰਘਾਂ ਨੇ ਤੀਰਾਂ ਦੇ ਨਾਲ ਨਿਸ਼ਾਨੇ ਲਾ ਕੇ ਉਹਨੂੰ ਵਿੰਨ ਕੇ ਮਾਰ ਦਿੱਤਾ ਨਾ, ਫਿਰ ਦੁਨੀਆ ਡਰਨ ਲੱਗੀ ਥਰ ਬਈ ਕੋਈ ਗਲਤੀ ਨਾ ਕਰ ਲਿਓ। ਜੇ ਗੁਰੂ ਦੇ ਹੱਥ ਆ ਗਏ ਤੇ ਸਿੰਘਾਂ ਨੇ ਬੜੀ ਭੈੜੀ ਕਰਨੀ ਆ। ਇਹ ਕੇਵਲ ਦੁਨੀਆ ਨੂੰ ਸਮਝਾਉਣ ਵਾਸਤੇ ਉਹਦੀ ਗਲਤੀ ਦਾ ਉਸ ਨੂੰ ਸਜ਼ਾ ਵੀ ਦਿੱਤੀ ਗਈ ਤੇ ਦੁਨੀਆ ਨੂੰ ਕੰਨ ਵੀ ਕਰ ਗਏ। ਜਥਾ ਚਾਂਦਨੀ ਨਿਰਮਲ ਹੋਤ, ਤਿਮ ਘਰ ਘਰ ਮਹਿ ਸੋ ਜਸ ਉਦੋਤ। ਇਸ ਤਰ੍ਹਾਂ ਇਹ ਗੱਲ ਦੁਨੀਆ ਵਿੱਚ ਫੈਲ ਗਈ ਹੈ ਤੇ ਘਰ ਘਰ ਜਸ ਹੋਣ ਲੱਗਿਆ। ਤੇ ਉਸ ਵੇਲੇ ਜਦੋਂ ਆ ਪਿੱਛੇ ਸੰਤ ਜਰਨੈਲ ਸਿੰਘ ਜੀ ਦੁਨੀਆ ਵਿੱਚ ਆਏ ਤੇ ਇਹਨਾਂ ਦੀਆਂ ਵੀ ਗੱਲਾਂ ਹੁੰਦੀਆਂ। ਦੁਨੀਆ ਡਰਦੀ ਜਿਹੜੀ ਹੈ ਨਾ, ਫਿਰ ਪੁੱਠੇ ਸਿੱਧੇ ਕੰਮ ਕਰਨ ਨੂੰ ਹਟ ਗਈ ਸੀ। ਬਰਾਤਾਂ ਵੀ 11-12 ਤੋਂ ਵੱਧ ਨਹੀਂ ਸੀ ਜਾਂਦੀਆਂ। ਕੋ ਸਤਨਾਮ। ਬਹੁਤ ਸਾਰੀ ਸੈਟਿੰਗ ਕਰਤੀ ਸੀ ਮਹਾਂਪੁਰਸ਼ਾਂ ਨੇ। ਪਾਤਸ਼ਾਹ ਜੀ ਦਾ ਬਚਨ ਹੈ ਬਾਣੀ ਦੇ ਵਿੱਚ, ਕਹੈ ਖੁਦਾਏ ਨਾ ਮਾਨੈ ਕੋਏ। ਜੇ ਰੱਬ ਵੀ ਕਹੇ ਨਾ ਦੁਨੀਆ ਨੂੰ ਵੀ ਚੁੱਪ ਬਾਈਆ ਕੰਮ ਨਾ ਕਰੋ, ਸ਼ਾਇਦ ਦੁਨੀਆ ਨਾ ਮੰਨੇ। ਫਿਰ ਮੰਨਦੀ ਕਿਵੇਂ ਹੈ? ਕਹੈ ਖੁਦਾਏ ਨਾ ਮਾਨੈ ਕੋਏ, ਰਾਜਾ ਨਿਆਂ ਕਰੇ ਹੱਥ ਹੋਏ। ਰਾਜੇ ਕੋਲੇ ਨਿਆਂ ਦਾ ਡੰਡਾ ਹੈ, ਉਹ ਡੰਡੇ ਨਾਲ ਸਮਝਾਉਂਦਾ। ਕੋ ਸਤਨਾਮ। ਇਹ ਰਾਜੇ ਦੀ ਡਿਊਟੀ ਲਾਈ ਆ ਪਰਮੇਸ਼ਰ ਨੇ। बाबर के बाबे के बाबर के दो, पार ब्रह्म के कीने जो बाबे के दाम न दे है तो बाबर के गह ले है। तीजे पातशाह वेले सती की रस्म चलती सी, और जदों कोई मनुख मर जाता तो ब्राह्मणों ने ऐसा कर्मकांड बना दिता बई जे मरन वाले की पत्नी उहदे नाल मुर्दे नाल सड़ जावे तो सचखंड विच दरगाह विच दोने फिर इकट्ठे हो जाणगे। कई भोलियां भालियां बीबियां सड़ के मर जांदियां ते दुनिया उन्होंने कहने जी ये साडी सती भूआ की मड़ी आ। को सतनाम। भी कई थावां ते सतियां की पूजा होंदी है। भगतां ने बड़ा जोर लाया, नामदेव वर्गियां ने भगतां ने कहा भी ये गलत है। तीजे पातशाह का समा आया, उन्होंने कहा गलत है, ये गलत है, कोई अगे जाके इकट्ठा नहीं हुंदागा, जिउंदे सड़ना गलत है।
ਸਤੀਆਂ ਇਹਨਾਂ ਆਖੀਆਂ ਜੇ ਮੜੀਆਂ ਨਗ ਜਲਨ, ਨਾਨਕ ਸਤੀਆਂ ਜਾਨੀਆਂ ਜੇ ਬਿਰਹਿ ਚੋਟ ਮਰਨ। ਜਾਂ ਤਾਂ ਮੈਂ ਉਹਨੂੰ ਸਤੀ ਕਹਿਣਾ ਜਿਹੜੀ ਪਤੀ ਦਾ ਵਿਛੋੜਾ ਨਾ ਚੱਲਦੀ ਹੋਈ ਪਹਿਲਾਂ ਸਵਾਸ ਤਿਆਗ ਦੇਵੇ, ਫਿਰ ਉਹਨਾਂ ਨੂੰ ਇਕੱਠਿਆਂ ਨੂੰ ਸਾੜ ਦਿਓ, ਤੁਹਾਡੀ ਮਰਜ਼ੀ ਆ। ਪਰ ਸੇਪੀ ਸਤੀਆਂ ਜਾਨੀਆਂ ਸੀਲ ਸੰਦੋਖ ਹਨ, ਉਹ ਵੀ ਸਤੀਆਂ ਹਨ ਜਿਹੜੀਆਂ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣਾ ਰਹਿੰਦਾ ਜੀਵਨ ਪਰਮੇਸ਼ਰ ਦੀ ਯਾਦ ਵਿੱਚ, ਪਤੀ ਦੀ ਯਾਦ ਵਿੱਚ ਸਬਰ ਸੰਤੋਖ ਨਾਲ ਬਤੀਤ ਕਰਨ। ਸੇਪੀ ਸਤੀਆਂ ਜਾਨੀਆਂ ਸੀਲ ਸੰਤੋਖ ਹਨ, ਨਿਤ ਉੱਠ ਸੰਭਾਲਣ ਸਾਈਂ ਆਪਣਾ। ਸਾਈਂ ਦੋਨੇ ਇੱਕ ਪਰਮੇਸ਼ਰ ਹੈ ਤੇ ਇੱਕ ਪਤੀ। ਤਾਂ ਜਦੋਂ ਨਾ ਦੁਨੀਆ ਹਟੀ ਤੇ ਫਿਰ ਤੀਜੇ ਪਾਤਸ਼ਾਹ ਨੇ ਬਾਦਸ਼ਾਹ ਅਕਬਰ ਨੂੰ ਕਿਹਾ ਬਈ ਐਦਾਂ ਕਰੋ, ਇਹ ਕਾਨੂੰਨ ਬਣਾਓ, ਅੱਜ ਤੋਂ ਬਾਅਦ ਜੇ ਕੋਈ ਇਸਤਰੀ ਮੁਰਦੇ ਬੰਦੇ ਨਾਲ ਸੜਦੀ ਹੈ, ਆਪਣੇ ਪਤੀ ਨਾਲ ਸੜਦੀ ਹੈ, ਤੇ ਜਿਹੜਾ ਉਹਨੂੰ ਸਾੜਨ ਦੇ ਵਿੱਚ ਸ਼ਾਮਲ ਹੋਵੇਗਾ ਉਹਨਾਂ ਨੂੰ ਵਿੱਚੇ ਸਿੱਟਿਆ ਜਾਵੇ ਚਿਖਾ ਦੇ। ਤਾਂ ਜਾ ਕੇ ਦੁਨੀਆ ਹਟੀ ਉਸ ਵੇਲੇ। ਕੋਈ ਸਤਨਾਮ। ਖੈਰ ਵਿਚਾਰਾ ਇੱਥੇ ਰੋਕਦੇ ਹਾਂ। ਮੇਰੇ ਪ੍ਰੀਤਮ ਜੀ ਨੇ ਇਹਨਾਂ ਨੂੰ ਉਸੇ ਤਰ੍ਹਾਂ ਹੀ ਫਿਰ ਇਕੱਠੇ ਕਰਤਾ ਤੇ ਉਸ ਪਠਾਨ ਨੂੰ ਸਜ਼ਾ ਦਿੰਦੇ ਹਨ। ਬੜਾ ਮਾਲ ਤੇ ਫੋਲਤ ਚੂਲੀ, ਰਾਏ ਵੇਲ ਕੈ ਸੁੰਦਰ ਫੂਲੀ। ਸਤਿਗੁਰਾਂ ਦੀ ਇਸ ਘਟਨਾ ਦੀ ਹਵਾ ਇੰਨੀ ਫੈਲ ਗਈ ਜਿਵੇਂ ਗੁਰੂ ਪਿਆਰੋ ਚੰਦਨ ਦੀ ਖੁਸ਼ਬੂ ਫੈਲ ਜਾਂਦੀ ਹੈ। ਜਹ ਕਹਿ ਕੀਰਤ ਵਰਣਨ ਕਰਤੇ, ਧਨ ਧਨ ਪ੍ਰਭ ਧਨ ਉਚਰਤੇ। ਔਰ ਸਤਿਗੁਰਾਂ ਨੂੰ ਧੰਨ ਧੰਨ ਕਹਿੰਦੇ ਹਨ। ਇੱਕ ਦਿਨ ਸ੍ਰੀ ਗੁਰ ਚੜਬੋ ਚਹਿਓ, ਬਾਜੀ ਕੇ ਸੇਵਕ ਸੰਗ ਕਹਿਓ। ਇੱਕ ਦਿਨ ਪ੍ਰੀਤਮ ਨੇ ਕਿਸੇ ਪਾਸੇ ਜਾਣਾ ਸੀ, ਸੇਵਕ ਨੂੰ ਕਹਿੰਦੇ ਘੋੜਾ ਲੈ ਕੇ ਆ। ਜਾਟਕ ਪੋਰੇ ਤਰੰਗ ਪਠਾਇਓ, ਦਲ ਬਿਡਾਰ ਕੇ ਨਿਕਟ ਬਧਾਇਓ। ਉਹ ਜਿਹੜਾ ਖਪੂਰੇ ਜੱਟ ਨੇ ਘੋੜਾ ਭੇਜਿਆ ਆਪਣੇ ਕੋਲ, ਉਹ ਲੈ ਕੇ ਆ। ਨਿਸ਼ਟਾ ਕਿਰਤ ਕਾ ਰਾਬਤ ਕਰਿਓ, ਅਵਲੋ ਭਲੀ ਭਾਂਤ ਪਰ ਪਰਤ ਕਰਿਓ। ਚੰਗੀ ਸੇਵਾ ਕੀਤੀ ਆ ਉਸ ਦੀ, ਉਹ ਘੋੜਾ ਲੈ ਕੇ ਅੱਜ ਆਪਾਂ ਉਸ ਤੇ ਜਾਵਾਂਗੇ। ਪਾਤਸ਼ਾਹ ਘੋੜੇ ਚੜ੍ਹ ਕੇ ਕਿੱਧਰ ਜਾਂਦੇ ਆ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ ਵਿਚਾਰਾਂ ਇੱਥੇ ਰੋਕਦੇ ਆ, ਬੋਲਦਿਆਂ ਨੇ ਇੱਕ ਆਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਜਪੋ ਸਾਰੇ, 2 ਮਿੰਟ ਜਪਣਾ ਹੈ। ਵਾਹ ਗੁਰੂ 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 ਵਾਹ ਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਮ। ਹੇ ਪੂਰਨ ਹੈ ਸਰਬ ਮੈਂ, ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਹੇ ਗੋਬਿੰਦ ਹੈ ਗੁਣ ਨਿਧਾਨ। ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ। ਹੇ ਠਾਕੁਰ ਹੋਂ ਦਾਸਰੋ, ਨਾਨਕ ਦੀਜੈ ਨਾਮ ਦਾਨ। ਆਏ ਪ੍ਰਭ ਸ਼ਰਨਾਗਤੀ, ਏਕ ਅੱਖਰ ਹਰ ਮਨ ਵਸਤ। ਏਕ ਓੰਕਾਰ ਸਤਿਗੁਰ, ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।